ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੀ ਅੱਜ ਦੀ ਇਸ ਵੀਡੀਓ 'ਚ। ਤੇ ਸਾਡਾ ਅੱਜ ਦਾ ਟੌਪਿਕ ਹੋਣ ਜਾ ਰਿਹਾ ਜੀ ਸਿਟੀਜ਼ਨਸ਼ਿਪ। ਦੇਖੋ, ਪੋਲਿਟੀ ਐਜ਼ ਅ ਸਬਜੈਕਟ ਅਸੀਂ ਸ਼ੁਰੂ ਕੀਤਾ ਹੋਇਆ ਹੈ ਤੇ ਪੋਲਿਟੀ 'ਚ ਅਸੀਂ ਸਭ ਤੋਂ ਪਹਿਲਾਂ ਇਹ ਪੜ੍ਹਨ ਦੀ ਕੋਸ਼ਿਸ਼ ਕੀਤੀ ਹੈ ਕਿ ਸਾਡਾ ਸੰਵਿਧਾਨ ਕਿਵੇਂ ਬਣਿਆ ਸੀ, ਤੇ ਉਸ ਤੋਂ ਬਾਅਦ ਅਸੀਂ ਇਹ ਸਮਝਣ ਦੀ ਕੋਸ਼ਿਸ਼ ਕੀਤੀ ਹੈ ਕਿ ਇਸ ਦੇਸ਼ ਦਾ ਜਿਹੜਾ ਕੌਂਸਟੀਟਿਊਸ਼ਨ ਆ ਉਹਦੇ ਜਿੰਨੇ ਵੀ ਪਾਰਟਸ ਬਣੇ ਹੋਏ ਆ, ਉਹਨਾਂ ਪਾਰਟਸ 'ਚੋਂ ਜਿਹੜਾ ਪਹਿਲਾ ਪਾਰਟ ਆ ਉਹ ਇਹ ਦੱਸਦਾ ਹੈ ਕਿ ਇਸ ਦੇਸ਼ ਦਾ ਯੂਨੀਅਨ ਕੀ ਆ ਤੇ ਉਸ ਦੇਸ਼ ਦੀ ਟੈਰੀਟਰੀ ਕਿਵੇਂ ਦੀ ਹੋਊਗੀ। ਮਤਲਬ ਇਸ ਦੇਸ਼ ਦੇ ਯੂਨੀਅਨ ਤੇ ਟੈਰੀਟਰੀ ਬਾਰੇ ਗੱਲ ਕਰਦਾ ਹੈ ਜੀ ਇਸ ਕੌਂਸਟੀਟਿਊਸ਼ਨ ਦਾ ਪਹਿਲਾ ਪਾਰਟ। ਕੌਂਸਟੀਟਿਊਸ਼ਨ ਦੇ ਇਸ ਪਾਰਟ 'ਚ ਅਸੀਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਇਸ ਦੇਸ਼ ਦੇ ਲੋਕਾਂ ਦੀ ਨਾਗਰਿਕਤਾ ਦਾ ਕੀ ਸਟੇਟਸ ਆ, ਕਿਵੇਂ ਇਸ ਦੇਸ਼ ਦੇ ਲੋਕਾਂ ਨੂੰ ਨਾਗਰਿਕਤਾ ਮਿਲ ਸਕਦੀ ਹੈ, ਨਾਗਰਿਕਤਾ ਦੇਣ ਦਾ ਅਧਿਕਾਰ ਕਿਹਦੇ ਕੋਲ ਆ, ਨਾਗਰਿਕਤਾ ਸੰਵਿਧਾਨ ਦੇ ਕਿਹੜੇ-ਕਿਹੜੇ ਆਰਟੀਕਲਸ ਦੇ ਵਿੱਚ ਲਿਖੀ ਹੋਈ ਹੈ, ਤੇ ਹੁਣ ਨਾਗਰਿਕਤਾ ਦਾ ਇਸ ਦੇਸ਼ 'ਚ ਕੀ ਸਟੇਟਸ ਆ। ਦੇਖੋ, ਜੇ ਅਸੀਂ ਗੱਲ ਕਰੀਏ ਇਸ ਸਿਟੀਜ਼ਨਸ਼ਿਪ ਬਾਰੇ ਤਾਂ ਇੱਕ ਗੱਲ ਤਾਂ ਸਾਨੂੰ ਸਮਝ ਆ ਗਈ ਕਿ ਕੌਂਸਟੀਟਿਊਸ਼ਨ ਦਾ ਪਾਰਟ 2 ਮਤਲਬ ਕਿ ਦੂਜਾ ਭਾਗ ਜਿਹੜਾ ਹੈ ਜੀ ਉਹ ਨਾਗਰਿਕਤਾ ਯਾਨੀ ਕਿ ਸਿਟੀਜ਼ਨਸ਼ਿਪ ਨਾਲ ਡੀਲ ਕਰਦਾ ਹੈ। ਜੇ ਅਸੀਂ ਆਮ ਤੌਰ ਤੇ ਦੇਖੀਏ ਕਿ ਕਿਸੇ ਵੀ ਦੇਸ਼ 'ਚ ਕਿੰਨੇ ਪ੍ਰਕਾਰ ਦੇ ਲੋਕ ਰਹਿੰਦੇ ਆ, ਦੇਖੋ ਜਾਂ ਤਾਂ ਕੋਈ ਇਸ ਦੇਸ਼ ਦਾ ਨਾਗਰਿਕ ਹੋ ਸਕਦਾ ਹੈ ਤੇ ਜਾਂ ਕੋਈ ਇਸ ਦੇਸ਼ ਦਾ ਬਸ਼ਿੰਦਾ ਹੋ ਸਕਦਾ ਹੈ। ਮਤਲਬ ਮੁੱਕਦੀ ਗੱਲ ਸਿਰਫ ਇਹ ਆ ਕਿ ਜਾਂ ਤਾਂ ਤੁਸੀਂ ਦੇਸ਼ ਦੇ ਪੱਕੇ ਨਾਗਰਿਕ ਹੋ ਤੇ ਜਾਂ ਤੁਸੀਂ ਆਰਜੀ ਤੌਰ ਤੇ ਉੱਥੇ ਰਹਿਣ ਆਏ ਹੋ, ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਹਾਂ ਰੈਜ਼ੀਡੈਂਟ। ਸੋ ਕਹਿਣ ਦਾ ਮਤਲਬ ਕਿ ਜਿਹੜੇ ਲੋਕ ਇਸ ਦੇਸ਼ 'ਚ ਬਾਹਰੋਂ ਸਿਰਫ ਰਹਿਣ ਆਏ ਆ ਉਹਨਾਂ ਲੋਕਾਂ ਨੂੰ ਅਸੀਂ ਕਹਿ ਦਿੰਦੇ ਹਾਂ ਏਲੀਅਨਸ। ਹੁਣ ਏਲੀਅਨਸ ਜਿਹੜੇ ਨੇ ਉਹ ਦੋ ਪ੍ਰਕਾਰ ਦੀਆਂ ਕੈਟੇਗਰੀਜ਼ 'ਚ ਵੰਡੇ ਹੋਏ ਨੇ। ਕਈ ਵਾਰੀ ਕੋਈ ਬੰਦਾ ਸਾਡੇ ਦੇਸ਼ 'ਚ ਚੋਰੀ ਛਿਪੇ ਸਾਡੇ ਦੇਸ਼ ਦੀਆਂ ਖੂਫੀਆ ਜਾਣਕਾਰੀਆਂ ਹਾਸਲ ਕਰਨ ਆਉਂਦਾ ਹੈ, ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਕਿ ਦੁਸ਼ਮਣ ਦੇਸ਼ ਤੋਂ ਆਏ ਹੋਏ ਲੋਕ ਆਏ, ਉਹਨਾਂ ਨੂੰ ਤਾਂ ਅਸੀਂ ਕਹਿੰਦੇ ਹਾਂ ਐਨੀਮੀ ਏਲੀਅਨਸ। ਜੇ ਉਹ ਸਾਡੇ ਦੇਸ਼ 'ਚ ਇਲੀਗਲ ਤਰੀਕੇ ਨਾਲ ਰਹਿੰਦੇ ਹੋਏ ਫੜੇ ਜਾਣ ਤਾਂ ਉਹਨਾਂ ਤੇ ਬਹੁਤ ਭੈੜੇ ਮੁਕੱਦਮੇ ਹੁੰਦੇ ਆ ਜੀ। ਇਹ ਕਿਹੜੇ-ਕਿਹੜੇ ਦੇਸ਼ ਨੇ, ਇਹਦੇ ਵਾਸਤੇ ਸਾਨੂੰ ਆਪਣੀ ਹੋਮ ਮਿਨਿਸਟਰੀ ਦੀ ਸਾਈਟ ਤੇ ਜਾਣਾ ਪਊਗਾ ਕਿ ਭਾਰਤ ਸਰਕਾਰ ਦੀ ਜਿਹੜੀ ਹੋਮ ਮਿਨਿਸਟਰੀ ਆ ਉਹ ਕਿੱਥੋਂ ਦੇ ਨਾਗਰਿਕਾਂ ਨੂੰ, ਜੇ ਉਹ ਸਾਡੇ ਦੇਸ਼ 'ਚ ਇਲੀਗਲ ਤਰੀਕੇ ਨਾਲ, ਲੀਗਲ ਨਹੀਂ ਇਲੀਗਲ ਤਰੀਕੇ ਨਾਲ ਆ ਕੇ ਰਹਿ ਰਹੇ ਨੇ, ਤੇ ਸਾਡਾ ਦੇਸ਼ ਉਹਨਾਂ ਨੂੰ ਐਨੀਮੀ ਏਲੀਅਨਸ ਦੀ ਕੈਟੇਗਰੀ 'ਚ ਰੱਖੂਗਾ। ਦੂਜੇ ਹੁੰਦੇ ਆ ਜੀ ਫਰੈਂਡਲੀ ਏਲੀਅਨਸ। ਫਰੈਂਡਲੀ ਏਲੀਅਨਸ ਉਹ ਹੁੰਦੇ ਆ ਕਿ ਜੇ ਉਹ ਸਾਡੇ ਦੇਸ਼ 'ਚ ਕਿਸੇ ਕਾਰਨ ਆ ਕੇ ਰਹਿ ਵੀ ਰਹੇ ਆ ਤੇ ਸਾਡੇ ਦੇਸ਼ ਦੀ ਸਰਕਾਰ ਨੂੰ ਪਤਾ ਨਹੀਂ, ਤਾਂ ਸਾਡਾ ਦੇਸ਼ ਉਹਨਾਂ ਨਾਲ ਉਸ ਤਰੀਕੇ ਨਾਲ ਬਿਹੇਵ ਨਹੀਂ ਕਰਦਾ। ਸੋ ਇਹ ਤਾਂ ਗੱਲ ਸਾਨੂੰ ਸਮਝ ਆ ਗਈ। ਹੁਣ ਗੱਲ ਕਰਦੇ ਹਾਂ ਦੇਸ਼ ਦੇ ਸਿਟੀਜ਼ਨਸ ਦੀ, ਜਿਹੜੇ ਇਸ ਦੇਸ਼ ਦੇ ਨਾਗਰਿਕ ਨੇ। ਉਹਨਾਂ ਕੋਲ ਸਾਰੇ ਅਧਿਕਾਰ ਹੁੰਦੇ ਆ ਜੀ, ਜਿਹੜੇ ਅਧਿਕਾਰ ਸਾਡੇ ਸੰਵਿਧਾਨ ਨੇ ਦਿੱਤੇ ਆ ਸਾਨੂੰ, ਤਕਰੀਬਨ ਸਾਰੇ ਅਧਿਕਾਰ ਉਹਨਾਂ ਕੋਲ ਬਿਲਕੁਲ ਇਨ ਬਿਨ ਲਾਗੂ ਉਹਨਾਂ ਨੂੰ ਮਿਲਦੇ ਆ। ਸੋ ਕਹਿਣ ਦਾ ਮਤਲਬ ਸਿਰਫ ਇੰਨਾ ਕਾ ਕਿ ਹਰ ਦੇਸ਼ ਦੀ ਜਿਹੜੀ ਨਾਗਰਿਕਤਾ ਹੈ ਨਾ ਉਹਦਾ ਇੱਕ ਬੜਾ ਤਗੜਾ ਕਨਸੈਪਟ ਆ। ਦੇਖੋ, ਇੱਕ ਗੱਲ ਤਾਂ ਕਲੀਅਰ ਆ, ਨਾਗਰਿਕਤਾ ਕਈ ਪ੍ਰਕਾਰ ਨਾਲ ਮਿਲ ਸਕਦੀ ਹੈ ਬੰਦੇ ਨੂੰ। ਜਿਵੇਂ ਇੱਕ ਨਾਗਰਿਕਤਾ ਦਾ ਸਭ ਤੋਂ ਤਗੜਾ ਆਧਾਰ ਹੁੰਦਾ ਹੈ ਜੀ ਜਨਮ, ਕਿ ਭਾਈ ਜਿਹੜਾ ਇਸ ਦੇਸ਼ 'ਚ ਜਨਮ ਹੋ ਗਿਆ ਉਹ ਇਸ ਦੇਸ਼ ਦਾ ਨਾਗਰਿਕ ਹੋਊਗਾ ਹੀ ਹੋਊਗਾ। ਕਈ ਵਾਰੀ ਨਾਗਰਿਕਤਾ ਮਿਲਦੀ ਹੈ ਡਿਸੈਂਟ ਤੋਂ, ਮਤਲਬ ਕਿ ਜੇ ਕਿਸੇ ਦੇ ਮਾਪੇ ਇੰਡੀਆ ਦੇ ਨਾਗਰਿਕ ਆ ਤੇ ਉਹ ਬੱਚਾ ਵੀ ਇੰਡੀਆ ਦਾ ਨਾਗਰਿਕ ਹੋਊਗਾ। ਇੱਕ ਤੀਜਾ ਤਰੀਕਾ ਨਾਗਰਿਕਤਾ ਲੈਣ ਦਾ ਇਹ ਹੁੰਦਾ ਹੈ ਨੈਚੁਰਲਾਈਜੇਸ਼ਨ, ਕਿ ਤੁਸੀਂ ਕਿਸੇ ਦੇਸ਼ 'ਚ ਆ ਕੇ ਆਪਦਾ ਨੂੰ ਆਧਾਰ ਬਣਾ ਕੇ, ਕੁਦਰਤ ਨੂੰ ਆਧਾਰ ਬਣਾ ਕੇ ਨਾਗਰਿਕਤਾ ਮੰਗੀ ਤਾਂ ਉਹਨਾਂ ਨੇ ਦੇਤੀ। ਇੱਕ ਚੌਥਾ ਤਰੀਕਾ ਹੁੰਦਾ ਕਿ ਤੁਸੀਂ ਕਿਸੇ ਦੇਸ਼ 'ਚ ਜਾ ਕੇ ਸਿਟੀਜ਼ਨਸ਼ਿਪ ਲੈਣੀ ਆ, ਤਾਂ ਉਹਦੇ ਵਾਸਤੇ ਤੁਸੀਂ ਕੀ ਕਰੋਗੇ, ਉਹਦੇ ਵਾਸਤੇ ਤੁਸੀਂ ਉਸ ਦੇਸ਼ 'ਚ ਰਜਿਸਟ੍ਰੇਸ਼ਨ ਕਰਾਓ ਤਰਕ ਦੇ ਕੇ ਕਿ ਮੈਂ ਕਿਉਂ ਆਇਆ ਇੱਥੇ। ਠੀਕ ਆ ਜੀ, ਕਈ ਤਰੀਕੇ ਨਾਗਰਿਕਤਾ ਲੈਣ ਦੇ ਹੋ ਸਕਦੇ ਆ। ਹੁਣ ਇੰਡੀਆ ਦਾ ਸੰਵਿਧਾਨ ਤੇ ਅਮਰੀਕਾ ਦੇ ਸੰਵਿਧਾਨ ਨੂੰ ਮੈਂ ਇੱਕ ਪੁਆਇੰਟ ਤੇ ਕੰਪੇਅਰ ਕਰ ਰਿਹਾ। ਕਹਿੰਦੇ ਇੰਡੀਆ ਦਾ ਸੰਵਿਧਾਨ ਇਹ ਕਹਿੰਦਾ ਹੈ ਕਿ ਇੰਡੀਆ ਦਾ ਰਾਸ਼ਟਰਪਤੀ ਹਰੇਕ ਉਹ ਬੰਦਾ ਬਣ ਸਕਦਾ ਹੈ, ਇੰਡੀਆ ਦਾ ਹਰ ਇੱਕ ਉਹ ਬੰਦਾ ਇੰਡੀਆ ਦਾ ਰਾਸ਼ਟਰਪਤੀ ਬਣ ਸਕਦਾ ਹੈ ਜਿਹੜਾ ਇੰਡੀਆ ਦੇ ਵਿੱਚ ਕਿਸੇ ਵੀ ਪ੍ਰਕਾਰ ਨਾਲ ਨਾਗਰਿਕਤਾ ਲਈ ਹੋਵੇ ਉਹਨੇ, ਚਾਹੇ ਬਾਏ ਬਰਥ ਲਈ ਹੋਵੇ, ਚਾਹੇ ਉਹਨੇ ਬਾਏ ਬਰਥ ਚਾਹੇ ਬਾਏ ਡਿਸੈਂਟ ਜਿਵੇਂ ਮਰਜ਼ੀ ਲਈ ਹੋਵੇ। ਜੇ ਉਹ ਇੰਡੀਆ ਦਾ ਨਾਗਰਿਕ ਹੈ ਤਾਂ ਉਹ ਇੰਡੀਆ ਦਾ ਰਾਸ਼ਟਰਪਤੀ ਬਣ ਸਕਦਾ ਹੈ। ਪਰ ਅਮਰੀਕਾ 'ਚ ਇਹ ਕੁੰਡੀ ਬਹੁਤ ਉਲਟਾ। ਅਮਰੀਕਾ 'ਚ ਉਹੀ ਬੰਦਾ ਅਮਰੀਕਾ ਦਾ ਰਾਸ਼ਟਰਪਤੀ ਬਣ ਸਕਦਾ ਹੈ ਜਿਹਦੇ ਕੋਲ ਅਮਰੀਕਾ ਦੀ ਨਾਗਰਿਕਤਾ ਤਾਂ ਹੈ ਆ, ਬਟ ਉਹ ਸਿਰਫ ਇੱਕੋ ਆਧਾਰ ਤੇ ਉੱਥੋਂ ਦੀ ਨਾਗਰਿਕਤਾ ਲਈ ਬੈਠਾ ਹੈ, ਉਹ ਆ ਜਨਮ ਦੇ ਆਧਾਰ ਤੇ। ਇਹਦਾ ਮਤਲਬ ਦੇਖੋ ਕਿ ਇੱਕ ਅਮਰੀਕਨ ਇੰਡੀਆ 'ਚ ਆ ਜੇ, ਉਹ ਇੰਡੀਆ ਦੀ ਨਾਗਰਿਕਤਾ ਲੈ ਕੇ ਇੰਡੀਆ ਦਾ ਰਾਸ਼ਟਰਪਤੀ ਤਾਂ ਬਣ ਸਕਦਾ ਹੈ, ਪਰ ਇੰਡੀਆ ਦਾ ਜਿਹੜਾ ਰਾਸ਼ਟਰਪਤੀ ਆ, ਇੰਡੀਆ ਦਾ ਕੋਈ ਬੰਦਾ ਜਿਹਦਾ ਜਨਮ ਇੰਡੀਆ 'ਚ ਹੋਵੇ, ਉਹ ਅਮਰੀਕਾ ਜਾਵੇ, ਪਹਿਲਾਂ ਅਮਰੀਕਾ 'ਚ ਉਹਨੂੰ PR ਮਿਲੇ, ਫਿਰ ਉਹ ਅਮਰੀਕਾ ਦਾ ਨਾਗਰਿਕ ਬਣ ਜੇ, ਫਿਰ ਉਹ ਅਮਰੀਕਾ 'ਚ ਰਾਸ਼ਟਰਪਤੀ ਨਹੀਂ ਬਣ ਸਕਦਾ। ਕਿੱਡੀ ਇੰਪੋਰਟੈਂਟ ਗੱਲ ਆ। ਫਿਰ ਇੱਕ ਗੱਲ ਲੱਗੀ ਪਤਾ ਕਿ ਇੰਡੀਆ ਨੇ ਫਿਰ ਅਮਰੀਕਾ ਨਾਲ ਐਵੇਂ ਦਾ ਬਿਹੇਵ ਕਿਉਂ ਕੀਤਾ। ਫਿਰ ਇੰਡੀਆ ਨੇ ਅਮਰੀਕਾ ਨੂੰ ਫਿਰ ਉਹ ਫੈਸਿਲਿਟੀਜ਼ ਕਿਉਂ ਦਿੱਤੀਆਂ ਜਿਹੜੀਆਂ ਅਮਰੀਕਾ ਇੰਡੀਆ ਨੂੰ ਨਹੀਂ ਦੇ ਰਿਹਾ। ਇਹਦੇ ਤੇ ਸੋਚਣ ਵਾਲੀ ਗੱਲ ਆ।
ਇਹ ਗੱਲ ਜਿਹੜੀ ਆ ਇਹ ਬਹੁਤ ਡੂੰਘੀ ਜਾਂਦੀ ਆ ਤੇ ਬਹੁਤ ਸੋਚਣ ਵਾਲੀ ਆ ਤੇ ਇਸ ਗੱਲ ਦੀ ਬਹੁਤ ਵੱਡੀ ਬਹਿਸ ਆ ਤੇ ਇਹਦੇ 'ਚ ਮੈਂ ਕਦੀ ਪਾਊਂਗਾ ਨਹੀਂ। ਪਰ ਤੁਹਾਨੂੰ ਮੈਂ ਇੱਕ ਗੱਲ ਦੱਸਦਾ ਕਿ ਯਾਦ ਰੱਖਿਓ, ਇੰਡੀਆ ਦਾ ਰੂਲ ਇਹ ਆ ਕਿ ਇੰਡੀਆ ਜਿਸ ਦੇਸ਼ ਦੇ ਨਾਲ ਜਿਹੜਾ ਦੇਸ਼ ਸਾਡੇ ਦੇਸ਼ ਨਾਲ ਜਿਵੇਂ ਦਾ ਬਿਹੇਵ ਕਰਦਾ ਹੈ, ਇੰਡੀਆ ਉਸ ਦੇਸ਼ ਨਾਲ ਉਵੇਂ ਦਾ ਹੀ ਬਿਹੇਵ ਕਰਦਾ ਹੈ। ਵੈਸੇ ਇੰਡੀਆ ਨੇ ਬਾਕੀ ਦੁਨੀਆ ਦੇ ਸਾਰੇ ਦੇਸ਼ਾਂ ਵਾਸਤੇ ਰੂਲ ਖੋਲ੍ਹਿਆ ਕਿ ਉਹ ਭਾਵੇਂ ਸਾਡੇ ਦੇਸ਼ 'ਚ ਆ ਕੇ ਨਾਗਰਿਕਤਾ ਲੈਣ ਤੇ ਫਿਰ ਸਾਡੇ ਦੇਸ਼ ਦੇ ਨਾਗਰਿਕ ਬਣਨ ਤੇ ਫਿਰ ਸਾਡੇ ਦੇਸ਼ ਦੀ ਭਾਵੇਂ ਜਿਹੜੀ ਮਰਜ਼ੀ ਪਦਵੀ ਤੇ ਜਾਣ। ਪਰ ਜੇ ਅਮਰੀਕਾ ਦੇ ਰੂਲ ਸਾਡੇ ਵਾਸਤੇ ਸਖਤ ਨੇ ਤਾਂ ਇੰਡੀਆ ਅਮਰੀਕਾ ਵਾਸਤੇ ਟਿਟ ਫੋਰ ਟੈਟ ਪਾਲਿਸੀ ਅਡਾਪਟ ਕਰੂਗਾ। ਇਹ ਗੱਲ ਕਲੀਅਰ ਸਮਝ ਲਿਓ। ਇੰਡੀਆ ਦੀ ਅਮਰੀਕਾ ਵਾਸਤੇ ਪਾਲਿਸੀ ਟਿਟ ਫੋਰ ਟੈਟ ਹੋਊਗੀ ਤੇ ਬਾਕੀ ਸਾਰਿਆਂ ਵਾਸਤੇ ਜਰਨਲ ਪਾਲਿਸੀ ਹੋਊਗੀ। ਇਹੀ ਕਿੱਸਾ ਇੰਡੀਆ ਦਾ ਇਟਲੀ ਦੇ ਨਾਲ ਸੀਗਾ। ਮਤਲਬ ਕਾਨੂੰਨੀ ਤੌਰ ਤੇ ਸੋਨੀਆ ਗਾਂਧੀ ਦੇਸ਼ ਦੀ ਪ੍ਰਧਾਨ ਮੰਤਰੀ ਬਣ ਸਕਦੀ ਸੀ ਕਿ ਨਹੀਂ, ਇਹਦੇ ਬਹੁਤ ਵਾਦ ਵਿਵਾਦ ਨੇ। ਠੀਕ ਆ ਜੀ। ਤੇ ਕਹਾਣੀ ਬੜੀ ਦੂਰ ਤੱਕ ਜਾਂਦੀ ਆ। ਨਾਗਰਿਕਤਾ ਦਾ ਇੱਕ ਬੜਾ ਅਹਿਮ ਪਹਿਲੂ ਜਿਹੜਾ ਨਾ ਜੀ ਉਹ ਵਿੱਚ ਲੁਕਿਆ ਹੋਇਆ ਹੈ ਜੀ। ਖੈਰ ਉਸ ਬਹਿਸ 'ਚ ਮੈਂ ਕਦੇ ਨਹੀਂ ਪਾਊਂਗਾ ਕਿਉਂਕਿ ਮੇਰਾ ਮਕਸਦ ਇਹ ਨਹੀਂਗਾ ਕਿ ਅਸੀਂ ਆਪਣੇ ਟੌਪਿਕ ਨੂੰ ਡਾਇਵਰਟ ਕਰ ਦਈਏ। ਬਟ ਆ ਜਿਹੜੀ ਪਹਿਲੀ ਸਲਾਈਡ ਹੈ ਨਾ ਜਿਹੜੀ ਤੁਹਾਡੇ ਸਾਹਮਣੇ ਖੁੱਲੀ ਹੋਈ ਆ, ਇਸ ਸਲਾਈਡ 'ਚ ਕੁਝ ਇਹੋ ਜਿਹੀਆਂ ਹਿਡਨ ਗੱਲਾਂ ਏ ਜਿਨ੍ਹਾਂ ਤੇ ਜੇ ਬਹਿਸ ਹੋਣ ਲੱਗ ਪਏ ਤਾਂ ਸ਼ਾਇਦ ਅਸੀਂ ਆਪਣਾ ਸਿਟੀਜ਼ਨਸ਼ਿਪ ਵਾਲਾ ਚੈਪਟਰ ਕਦੇ ਪੂਰੀ ਨਹੀਂ ਕਰ ਪਾਵਾਂਗੇ। ਸੋ ਸਟਾਰਟ ਕਰਦੇ ਆ ਜੀ ਉਹ ਚੀਜ਼ਾਂ ਜਿਨ੍ਹਾਂ ਨੇ ਪੇਪਰਾਂ 'ਚ ਨੰਬਰ ਦਿਵਾਉਣੇ ਆ ਜੀ। ਕਹਿੰਦੇ ਸੰਵਿਧਾਨ ਦੇ ਵਿੱਚ ਕਿੱਥੇ ਕਿੱਥੇ ਲਿਖਿਆ ਹੋਇਆ ਇਸ ਦੇਸ਼ ਦੀ ਨਾਗਰਿਕਤਾ ਬਾਰੇ। ਪਹਿਲਾਂ ਤਾਂ ਇਹ ਸਮਝ ਲਿਓ ਕਿ ਸੰਵਿਧਾਨ 26 ਨਵੰਬਰ 1949 26 ਨਵੰਬਰ 1949 ਨੂੰ ਅਡਾਪਟ ਕਰ ਲਿਆ ਗਿਆ ਸੀ। ਜਿਸ ਦਿਨ ਇਸ ਦੇਸ਼ ਦਾ ਕਨਸਟੀਟਿਊਸ਼ਨ ਅਡਾਪਟ ਹੋਇਆ ਉਸੇ ਦਿਨ ਹੀ ਸਾਡੇ ਦੇਸ਼ ਦੇ ਸੰਵਿਧਾਨ ਦੀਆਂ ਇਸ ਦੇਸ਼ ਦਾ ਜਿਹੜਾ ਕਨਸਟੀਟਿਊਸ਼ਨ ਸੀਗਾ ਉਹਦੇ ਕਈ ਆਰਟੀਕਲ ਤਾਂ ਉਸੇ ਦਿਨ ਹੀ ਇੰਪਲੀਮੈਂਟ ਹੋ ਗਏ ਸੀਗੇ ਤੇ ਬਾਕੀ ਸਾਰਾ ਸੰਵਿਧਾਨ ਇੰਪਲੀਮੈਂਟ ਹੋਇਆ ਸੀ ਜਾ ਕੇ 26 ਜਨਵਰੀ ਨੂੰ। ਜਿਹੜੇ ਆਰਟੀਕਲ ਅਸੀਂ ਉਸੇ ਦਿਨ ਇੰਪਲੀਮੈਂਟ ਕਰਤੇ ਸੀ ਉਹਨਾਂ ਦੇ ਵਿੱਚੋਂ ਸਿਟੀਜ਼ਨਸ਼ਿਪ ਨਾਲ ਸੰਬੰਧਿਤ 5, 6, 7, 8, 9, 10 ਤੇ 11 ਆਰਟੀਕਲ ਵੀ ਸੀਗੇ। ਮਤਲਬ ਕਿ ਸਿਟੀਜ਼ਨਸ਼ਿਪ ਵਾਲਾ ਪਾਰਟ 2 ਆਫ ਦਾ ਕਨਸਟੀਟਿਊਸ਼ਨ ਆ ਜਿਹੜਾ ਇਹ ਤਾਂ 26 ਨਵੰਬਰ ਨੂੰ ਹੀ ਲਾਗੂ ਹੋ ਗਿਆ ਸੀਗਾ। ਉਮੀਦ ਕਰਦਾ ਕਿ ਪਰ ਤਰੀਕ ਜ਼ਰੂਰ 26 ਜਨਵਰੀ ਰੱਖੀ ਗਈ ਸੀ ਕਿ 26 ਜਨਵਰੀ ਤੋਂ ਸਵਾਲ ਨੂੰ ਲਾਗੂ ਕਰਨਾ, ਪਰ ਅਸਲ 'ਚ ਇਹ ਆਰਟੀਕਲ ਸਾਨੂੰ ਪਹਿਲਾਂ ਹੀ 4-5 ਲਾਗੂ ਕਰਨੇ ਪੈ ਗਏ ਸੀ। ਹੁਣ ਕੀ ਕਹਿੰਦੇ ਆ ਜੀ ਇਹ ਆਰਟੀਕਲ 5, ਆਰਟੀਕਲ 6, ਆਰਟੀਕਲ 7, 8, 9, 10 ਤੇ 11 ਮੈਂ ਪੜ੍ਹ ਕੇ ਦੱਸਦਾ। ਆਰਟੀਕਲ 5 ਇਹ ਕਹਿੰਦਾ ਹੈ ਕਿ ਜੀ 26 ਜਨਵਰੀ 1950 ਤੱਕ ਜਿਹੜੇ ਲੋਕ ਜਾਂ ਉਹਨਾਂ ਦੇ ਪੇਰੈਂਟਸ ਜਿਨ੍ਹਾਂ ਦਾ ਜਨਮ ਇੰਡੀਆ 'ਚ ਹੋਇਆ ਹੈ ਜਾਂ ਉਹ ਪਿਛਲੇ 5 ਸਾਲ ਤੋਂ ਲਗਾਤਾਰ ਇੰਡੀਆ 'ਚ ਰਹਿ ਰਹੇ ਨੇ, ਜਿਹੜਾ ਉਹ ਵਾਲਾ ਹਿੱਸਾ 26 ਜਨਵਰੀ 1950 ਨੂੰ ਇਮੈਜਿਨ ਕਰਕੇ ਦੇਖੋ ਕੀ ਹੋ ਰਿਹਾ ਸੀ ਭਲਾ। ਇੰਡੀਆ ਤੇ ਪਾਕਿਸਤਾਨ ਬਣੀ ਸੀ, ਹਜੇ ਦੋਵੇਂ ਗਿੱਲੇ ਸੀਗੇ ਤੇ ਕਨਸਟੀਟਿਊਸ਼ਨ ਦਾ ਆਰਟੀਕਲ 5 ਇਹ ਕਹਿੰਦਾ ਸੀ ਕਿ ਜਿਹੜੇ ਲੋਕ ਉਸ ਧਰਤੀ ਤੇ ਆ, ਜਿਹੜੀ ਧਰਤੀ ਇੰਡੀਆ ਦੇ ਹਿੱਸੇ ਆਈ ਆ, ਪਾਕਿਸਤਾਨ ਦੇ ਨਹੀਂ ਇੰਡੀਆ ਦੇ ਹਿੱਸੇ ਆਈ ਆ, ਜਿਨ੍ਹਾਂ ਦੇ ਮਾਪੇ ਜਾਂ ਉਹ ਖੁਦ ਆਪ ਉੱਥੇ ਜੰਮੇ ਆ ਜਾਂ ਪਿਛਲੇ 5 ਸਾਲ ਤੋਂ ਰਹਿ ਰਹੇ ਆ। ਆਰਟੀਕਲ 5 ਨੇ 26 ਜਨਵਰੀ ਨੂੰ ਕਹਿਤਾ ਕਿ ਵਧਾਈ ਹੋਵੇ ਤੁਹਾਨੂੰ ਇੰਡੀਆ ਦੀ ਨਾਗਰਿਕਤਾ ਮਿਲ ਗਈ। ਗੱਲ ਪੱਲੇ ਪੈ ਗਈ ਜੀ, ਬਿਲਕੁਲ ਪੈ ਗਈ। ਹੁਣ ਗੱਲ ਕਰਦੇ ਆ ਆਰਟੀਕਲ 6 ਦੀ। ਕਹਿੰਦੇ ਉਹਨਾਂ ਦਾ ਕੀ ਬਣਿਆ ਜਿਹੜੇ ਪਾਕਿਸਤਾਨ ਤੋਂ ਮਾਈਗ੍ਰੇਟ ਹੋ ਕੇ ਆਏ ਸੀ। ਕਹਿੰਦੇ ਇੰਡੀਆ ਨੇ ਇੱਕ ਪਾਰਟੀਸ਼ਨ ਡੇਟ ਰੱਖੀ ਸੀਗੀ ਜੁਲਾਈ 1948। ਜਿਹੜੇ ਤਾਂ ਇਸ ਤਰੀਕ ਤੋਂ ਪਹਿਲਾਂ ਆ ਗਏ ਪਾਕਿਸਤਾਨ ਛੱਡ ਕੇ, ਉਹਨਾਂ ਨੂੰ ਤਾਂ ਕਹਿਤਾ ਕਿ ਤੁਸੀਂ ਸਿੱਧੇ ਇੰਡੀਆ ਦੇ ਨਾਗਰਿਕ ਹੋ ਕਿਉਂਕਿ ਉਜਾੜੇ ਤੋਂ ਬਾਅਦ ਜਿਹੜੇ ਇੱਧਰ ਆ ਗਏ। ਜਿਹੜੇ 19 ਜੁਲਾਈ 1948 ਤੋਂ ਬਾਅਦ ਆਏ ਉਹਨਾਂ ਤੇ ਭਾਰਤ ਸਰਕਾਰ ਨੂੰ ਇੱਕ ਸ਼ੱਕ ਸੀ ਕਿ ਇੰਨਾ ਚਿਰ ਪਾਕਿਸਤਾਨ ਬੈਠੇ ਕੀ ਕਰਦੇ ਰਹੇ। ਇਹਦਾ ਮਤਲਬ ਇਹ ਟੈਸਟ ਕਰਦੇ ਰਹੇ ਕਿ ਅਸੀਂ ਉੱਥੇ ਜਾਈਏ ਕਿ ਨਾ ਜਾਈਏ। ਇਹਦਾ ਮਤਲਬ ਇਹ ਹਜੇ ਵੀ ਦੋ ਚਿੱਤੀ 'ਚ। ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਵੀ ਨਾਗਰਿਕਤਾ ਦਿੱਤੀ ਜਾਊਗੀ ਪਰ ਤੁਹਾਨੂੰ ਪਹਿਲਾਂ 6 ਮਹੀਨੇ ਇੱਥੇ ਰਹਿਣਾ ਪਊਗਾ ਕਿ ਤੁਸੀਂ ਇੰਡੀਆ 'ਚ ਯਕੀਨ ਬਣਾ ਲਿਆ ਹੈ। 19 ਜੁਲਾਈ 1948 ਤੋਂ ਬਾਹਰੋਂ ਆਉਣ ਵਾਲਿਆਂ ਨੂੰ ਅਸੀਂ 6 ਮਹੀਨੇ ਰੱਖ ਕੇ ਫਿਰ ਨਾਗਰਿਕਤਾ ਦਿੱਤੀ। ਆਰਟੀਕਲ 5 ਉਹਨਾਂ ਲੋਕਾਂ ਨਾਲ ਸੰਬੰਧਿਤ ਸੀਗਾ ਜਿਹੜੇ ਆਲਰੇਡੀ ਇੰਡੀਆ 'ਚ ਰਹਿ ਰਹੇ ਸੀ। ਉਹ ਇੰਡੀਆ ਜਿਹੜਾ ਇੰਡੀਆ ਦੇ ਹਿੱਸੇ ਆਇਆ ਸੀ ਉਹ ਧਰਤੀ। ਆਰਟੀਕਲ 6 ਉਹਨਾਂ ਨਾਲ ਸੰਬੰਧਿਤ ਸੀ ਜਿਹੜੇ ਪਾਕਿਸਤਾਨ ਤੋਂ ਆਏ ਸੀ। ਆਰਟੀਕਲ 7 ਉਹਨਾਂ ਨਾਲ ਜਿਹੜੇ ਸ਼ਾਹਰੁਖ ਖਾਨ ਦੇ ਰਿਸ਼ਤੇਦਾਰਾਂ ਵਰਗੇ ਜਿਹੜੇ ਇੱਕ ਵਾਰੀ ਦਿੱਲੀੋਂ ਚੱਕ ਕੇ ਪਾਕਿਸਤਾਨ ਚਲੇ ਗਏ ਪਰ ਪਾਕਿਸਤਾਨ ਜਾ ਕੇ ਪਤਾ ਲੱਗਿਆ ਕਿ ਨਹੀਂ ਸਾਨੂੰ ਇੰਡੀਆ ਵਾਪਸ ਆਉਣਾ ਚਾਹੀਦਾ ਹੈ। ਠੀਕ ਆ। ਬੜੀਆਂ ਫੈਮਿਲੀਜ਼ ਸੀਗੀਆਂ, ਕਈ ਰਿਲੇਟਿਵਸ ਆਪਣੇ ਬੜੇ ਤਗੜੇ ਬਾਲੀਵੁੱਡ ਦੇ ਰਿਲੇਟਿਵ, ਉਹਨਾਂ ਦੀਆਂ ਕਈ ਫੈਮਿਲੀਜ਼ ਸੀਗੀਆਂ ਜਿਹੜੀਆਂ ਇੰਡੀਆ ਤੋਂ ਪਾਕਿਸਤਾਨ ਗਈਆਂ ਤੇ ਫਿਰ ਵਾਪਸ ਆ ਗਈਆਂ। ਜਿਹੜੀਆਂ ਫੈਮਿਲੀਜ਼ ਇੱਕ ਵਾਰ ਪਾਕਿਸਤਾਨ ਜਾ ਕੇ ਵਾਪਸ ਆਈਆਂ 1 ਮਾਰਚ 1947 ਤੋਂ ਬਾਅਦ ਜਦੋਂ ਪਾਰਟੀਸ਼ਨ ਡਿਕਲੇਅਰ ਹੋ ਰਹੀ ਸੀ, ਜਿਹੜੀ ਉਸ ਤੋਂ ਬਾਅਦ ਐਵੇਂ ਜਾ ਕੇ ਵਾਪਸ ਆ ਗਈਆਂ, ਉਹਨਾਂ ਨੂੰ ਇੱਕ ਮੌਕਾ ਦਿੱਤਾ ਗਿਆ
ਕਿਉਂਕਿ ਜਿਹੜੀਆਂ 1 ਮਾਰਚ ਤੋਂ ਪਹਿਲਾਂ ਹੀ ਕਦੀ ਪਾਕਿਸਤਾਨ ਗਈਆਂ ਹੋਣਗੀਆਂ ਉਹਨਾਂ ਨੂੰ ਤਾਂ ਆਰਟੀਕਲ 6 ਵਾਂਗ ਹੀ ਮੰਨਿਆ ਗਿਆ। ਜਿਹੜੇ ਲੋਕ ਪਾਰਟੀਸ਼ਨ ਦੇ ਡਰ ਤੋਂ 1 ਮਾਰਚ 1947 ਤੋਂ ਬਾਅਦ ਪਾਕਿਸਤਾਨ ਗਏ ਤੇ ਪਾਕਿਸਤਾਨ ਨੂੰ ਮੁੜ ਆਏ, ਉਹਨਾਂ ਨੂੰ ਵੀ ਕਿਹਾ ਕਿ ਅਸੀਂ ਤੁਹਾਨੂੰ ਇੰਡੀਆ ਦੀ ਨਾਗਰਿਕਤਾ ਦੇਵਾਂਗੇ, ਪਰ ਤੁਹਾਨੂੰ ਵੀ 6 ਮਹੀਨੇ ਰਹਿ ਕੇ ਦਿਖਾਉਣਾ ਪਊਗਾ ਇੰਡੀਆ 'ਚ, ਕਿਉਂਕਿ ਤੁਸੀਂ ਇੱਕ ਵਾਰੀ ਉੱਥੇ ਜਾਇਓ, ਹਜੇ ਤੁਹਾਡੇ ਮਨ 'ਚ ਵੀ ਦੋ ਚਿੱਤੀ ਹੈ। ਆਰਟੀਕਲ 8 ਆਰਟੀਕਲ 8 ਕਿਹਨਾਂ ਨਾਲ ਸੰਬੰਧਿਤ ਸੀਗਾ? ਦੇਖੋ ਕੀ ਹੁੰਦਾ ਹੈ, ਸਾਡੇ ਦੇਸ਼ ਦੇ ਵਿੱਚ ਇੱਕ ਬੜੀ ਵਧੀਆ ਗੱਲ ਆ, ਆਜ਼ਾਦੀ ਦੀ ਲੜਾਈ ਬੜਿਆਂ ਨੇ ਲੜੀ। ਹੁਣ ਮੰਨ ਲਓ ਕਿਸੇ ਨੇ 1910 ਦੇ ਵਿੱਚ ਕਿਸੇ ਰੈਵੋਲੂਸ਼ਨਰੀ ਦੀ ਗੱਲਾਂ 'ਚ ਆ ਕੇ ਕਿਸੇ ਨਾ ਕਿਸੇ ਅੰਗਰੇਜ਼ ਦੇ ਉੱਪਰ ਬੰਬ ਸਿੱਟਤਾ ਹੋਵੇ ਤੇ ਬਾਅਦ 'ਚ ਉਹਨੂੰ ਪਤਾ ਲੱਗਿਆ ਹੋਵੇ ਕਿ ਇਹਦਾ ਕੰਮ ਹੀ ਖਰਾਬ ਹੋ ਗਿਆ, ਮੇਰੇ ਮਗਰ ਤਾਂ ਪੁਲਿਸ ਪੈ ਗਈ, ਤਾਂ ਉਹ ਬੰਦਾ ਇੰਡੀਆ 'ਚੋਂ ਗਾਇਬ ਹੋ ਗਿਆ। ਸਾਡੇ ਬੜੇ ਕ੍ਰਾਂਤੀਕਾਰੀ ਜਿਨ੍ਹਾਂ ਤੇ ਨਜਾਇਜ਼ ਝੂਠੇ ਪਰਚੇ ਪਾਏ ਸੀਗੇ, ਉਹ ਇੰਡੀਆ ਛੱਡ ਕੇ ਉਹਨਾਂ ਦੇਸ਼ਾਂ 'ਚ ਚਲੇ ਗਏ। 1910 1915 1925 1930 ਦੇ ਦੌਰ 'ਚ ਜਿਹੜੇ ਦੇਸ਼ ਉਹਨਾਂ ਟਾਈਮਾਂ 'ਚ ਇੰਗਲੈਂਡ ਦੇ ਦੁਸ਼ਮਣ ਸੀ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਇੰਗਲੈਂਡ ਵਾਲੇ ਸਾਨੂੰ ਉੱਥੋਂ ਨਹੀਂ ਲਿਆ ਸਕਦੇ, ਉਹਨਾਂ ਦੇਸ਼ਾਂ 'ਚ ਜਾ ਕੇ ਪਨਾਹ ਲੈ ਲਈ। ਜਿਵੇਂ ਬੜਾ ਮਸ਼ਹੂਰ ਦੇਸ਼ ਸੀ ਜਰਮਨ, ਇਟਲੀ, ਇਹਨਾਂ ਦੇਸ਼ਾਂ 'ਚ ਪਨਾਹ ਲੈ ਲਈ ਜਾ ਕੇ। ਖੈਰ ਇਹਨਾਂ ਦੇਸ਼ਾਂ 'ਚ ਜਦੋਂ ਪਨਾਹ ਲਈ ਜਾ ਕੇ ਤੇ 1947 ਤੋਂ ਬਾਅਦ 1950 ਆਇਆ ਤੇ ਭਾਰਤ ਨੂੰ ਲੱਗਦਾ ਸੀ ਕਿ ਜਿਹੜੇ ਲੋਕਾਂ ਦਾ ਜਨਮ ਕਦੀ ਇੰਡੀਆ 'ਚ ਹੋਇਆ ਤੇ ਉਹਨਾਂ ਨੇ ਇੰਡੀਆ ਦੀ ਆਜ਼ਾਦੀ ਦੀ ਲੜਾਈ 'ਚ ਕੁਝ ਕਰਿਆ ਹੈ ਤੇ ਅੱਜ ਉਹ ਕਿਸੇ ਕਾਰਨ ਕਰਕੇ ਬਾਹਰ ਬੈਠੇ ਆ, ਜਿਨ੍ਹਾਂ ਦਾ ਓਰੀਜਨ ਇੰਡੀਆ ਹੈ, ਜਿਨ੍ਹਾਂ ਨੂੰ ਮੈਂ ਕਹੂੰਗਾ PIOs, ਪਰਸਨ ਆਫ ਇੰਡੀਅਨ ਓਰੀਜਨ, ਜਿਨ੍ਹਾਂ ਦਾ ਓਰੀਜਨ ਇੰਡੀਆ ਹੈ, ਕਿਉਂ ਨਾ ਉਹਨਾਂ ਨੂੰ ਵੀ ਇੱਕ ਮੌਕਾ ਦਿੱਤਾ ਜਾ ਸਕੇ ਕਿ ਆਓ ਭਾਈ ਤੁਸੀਂ ਵੀ ਇੰਡੀਆ 'ਚ ਵਾਪਸ ਆ ਜਾਓ। ਤਾਂ ਆਰਟੀਕਲ 8 ਕਹਿੰਦਾ ਕਿ ਜਿਹੜੇ ਲੋਕ ਜਾਂ ਉਹਨਾਂ ਦੇ ਪੇਰੈਂਟਸ ਜਾਂ ਉਹਨਾਂ ਦੇ ਗ੍ਰੈਂਡ ਪੇਰੈਂਟਸ ਕਿਸੇ ਵੀ ਵੇਲੇ ਅਨਡਿਵਾਈਡਡ ਇੰਡੀਆ 'ਚ ਰਹਿ ਰਹੇ ਸੀਗੇ, ਬਟ ਉਹ ਹੁਣ ਇਸ ਟਾਈਮ ਕਿਸੇ ਹੋਰ ਜਗ੍ਹਾ ਤੇ ਰਹਿ ਰਹੇ ਆ ਬਾਹਰ ਇੰਡੀਆ ਤੋਂ, ਉਹ ਵੀ ਇੰਡੀਆ ਦੀ ਸਿਟੀਜ਼ਨਸ਼ਿਪ ਨੂੰ ਐਕਵਾਇਰ ਕਰ ਸਕਦੇ ਆ, ਸਿੱਧਾ ਮੌਕਾ ਉਹਨਾਂ ਨੂੰ ਦਿੱਤਾ ਗਿਆ। ਤੇ ਆਰਟੀਕਲ 9 'ਚ ਇਹ ਕਿਹਾ ਗਿਆ ਕਿ ਜਿਹੜਾ ਬੰਦਾ ਵੀ ਇੰਡੀਆ ਦਾ ਨਾਗਰਿਕ ਆ ਉਹ ਕਿਸੇ ਦੂਜੇ ਦੇਸ਼ ਦੀ ਨਾਗਰਿਕਤਾ ਨਹੀਂ ਲੈ ਸਕਦਾ, ਪਰ ਜੇ ਉਹ ਕਿਸੇ ਦੂਜੇ ਦੇਸ਼ ਦੀ ਨਾਗਰਿਕਤਾ ਲਊਗਾ ਆਪਣੇ ਆਪ ਉਹਦੀ ਇੰਡੀਆ ਦੀ ਨਾਗਰਿਕਤਾ ਕੱਟੀ ਗਈ। ਮਤਲਬ ਇੰਡੀਆ ਹੈਜ਼ ਨੋ ਡਿਊਲ ਸਿਟੀਜ਼ਨਸ਼ਿਪ, ਦੋਹਰੀ ਨਾਗਰਿਕਤਾ ਦਾ ਇੰਡੀਆ 'ਚ ਕੋਈ ਵੀ ਕਨਸੈਪਟ ਹੈ ਹੀ ਨਹੀਂ। ਇਹ ਮੈਂ ਨਹੀਂ ਕਹਿ ਰਿਹਾ ਜੀ, ਇਹ ਕੌਣ ਕਹਿ ਰਿਹਾ ਜੀ? ਆਰਟੀਕਲ 9 ਕਹਿ ਰਿਹਾ। ਉਸ ਤੋਂ ਬਾਅਦ ਅਗਲੀ ਗੱਲ ਕਹਿੰਦੇ ਜੀ ਆਰਟੀਕਲ 10, ਆਰਟੀਕਲ 9 ਤੱਕ ਸਮਝ ਆ ਗਈ। ਆਰਟੀਕਲ 10 'ਚ ਕਨਸਟੀਟਿਊਸ਼ਨ ਨੇ ਬੜੀ ਸੋਹਣੀ ਗੱਲ ਕਹੀ, ਕਹਿੰਦੇ ਜੀ ਨਾਗਰਿਕਤਾ ਅਸੀਂ ਦੇਤੀ ਹੁਣ, ਪਰ ਤੁਸੀਂ ਅੱਜ ਤੋਂ ਬਾਅਦ ਨਾਗਰਿਕ ਤਾਂ ਹੀ ਰਹੋਗੇ, ਜਿਨ੍ਹਾਂ ਨੂੰ ਨਾਗਰਿਕਤਾ ਮਿਲ ਗਈ ਨਾ ਉਹ ਮੋਹਰ ਨਾ ਲਾ ਲੈਣ ਕਿ ਅਸੀਂ ਨਾਗਰਿਕ ਹੋ ਗਏ, ਨਹੀਂ, ਅੱਜ ਤੋਂ ਬਾਅਦ ਤੁਸੀਂ ਨਾਗਰਿਕ ਤਾਂ ਹੀ ਰਹੋਗੇ ਜੇ ਤੁਸੀਂ ਪਾਰਲੀਮੈਂਟ ਦੇ ਬਣਾਏ ਹੋਏ ਨਾਗਰਿਕਤਾ ਦੇ ਨਿਯਮਾਂ ਦੇ ਅਕੋਰਡਿੰਗ ਚੱਲੋਗੇ। ਇੰਟਰੈਕਟਲੀ ਗੱਲ ਸਮਝ ਆਈ? ਕਿਹਦੇ ਬਣਾਏ ਹੋਏ ਨਿਯਮਾਂ ਦੇ ਅਕੋਰਡਿੰਗ? ਪਾਰਲੀਮੈਂਟ ਦੇ ਬਣਾਏ ਹੋਏ ਨਿਯਮਾਂ ਦੇ ਅਕੋਰਡਿੰਗ। ਤੇ ਆਰਟੀਕਲ 11 'ਚ ਕਨਸਟੀਟਿਊਸ਼ਨ ਕਹਿੰਦਾ ਹੈ ਕਿ ਅਸੀਂ ਹੁਣ ਪਾਰਲੀਮੈਂਟ ਨੂੰ ਪਰਮਿਸ਼ਨ ਦਿੰਦੇ ਆ ਕਿ ਅੱਜ ਤੋਂ ਬਾਅਦ ਨਾਗਰਿਕਤਾ ਤੁਸੀਂ ਸੰਭੋ, ਅੱਜ ਤੋਂ ਬਾਅਦ ਨਾਗਰਿਕਤਾ ਨਾਲ ਸੰਬੰਧਿਤ ਸਾਰੇ ਕਾਨੂੰਨ ਤੁਸੀਂ ਹੀ ਬਣਾਉਣੇ ਹਨ। ਆਰਟੀਕਲ 10 ਤੇ ਆਰਟੀਕਲ 11 'ਚ ਇੱਕ ਗੱਲ ਸਮਝ ਆ ਗਈ ਕਿ ਜੇ ਦੋਵਾਂ ਨੂੰ ਮੈਂ ਇਕੱਠੇ ਕਰਕੇ ਪੜ੍ਹਾਂ ਤੇ ਇੱਕ ਗੱਲ ਪਤਾ ਲੱਗ ਗਈ ਕਿ ਇਹ ਸੰਵਿਧਾਨ ਤਾਂ ਨਾਗਰਿਕਤਾ ਸਿਰਫ ਮੌਕੇ ਦੀ ਦੇ ਕੇ ਗਿਆ ਸੀ। ਫਿਊਚਰ ਦੀ ਨਾਗਰਿਕਤਾ ਤੇ ਨਾਗਰਿਕਤਾ ਨਾਲ ਸੰਬੰਧਿਤ ਕਾਨੂੰਨ ਦੋਵੇਂ ਗੱਲਾਂ, ਫਿਊਚਰ ਦੀ ਨਾਗਰਿਕਤਾ ਮਤਲਬ ਕਿ ਆਰਟੀਕਲ 10 ਤੇ ਨਾਗਰਿਕਤਾ ਨਾਲ ਸੰਬੰਧਿਤ ਕਾਨੂੰਨ ਮਤਲਬ ਕਿ ਆਰਟੀਕਲ 11, ਇਹ ਦੋਵੇਂ ਗੱਲਾਂ ਜਿਹੜੀਆਂ ਸੀ ਇਹ ਪਾਰਲੀਮੈਂਟ ਨੂੰ ਦਿੱਤੀਆਂ ਗਈਆਂ ਸ਼ਕਤੀਆਂ ਨੇ ਕਨਸਟੀਟਿਊਸ਼ਨ ਦੁਆਰਾ। ਕੀ ਪਾਰਲੀਮੈਂਟ ਨੇ ਆਪਣਾ ਫਰਜ਼ ਨਿਭਾਇਆ? ਨਹੀਂ ਨਿਭਾਇਆ, ਬਿਲਕੁਲ ਇਹ ਗਲਤ ਆ। ਨਿਭਾਇਆ ਹੈ ਜੀ। ਪਾਰਲੀਮੈਂਟ ਨੇ ਕੀ ਕੀਤਾ? ਸਿਟੀਜ਼ਨਸ਼ਿਪ ਐਕਟ 1955 ਪਾਸ ਕੀਤਾ, ਫਿਰ ਉਹਨੂੰ ਮੌਕੇ ਤੇ 86, 92, 2003, 2005, 2016 ਤੇ 2019 ਚ ਸੋਧਿਆ। CAA 2019 ਸਭ ਜਾਣਦੇ ਆ, ਜੇ ਕਰੋਨਾ ਨਾ ਹੁੰਦਾ ਤੇ ਇੰਡੀਆ ਦਾ ਦੂਜਾ ਸਭ ਤੋਂ ਖਤਰਨਾਕ ਰੌਲਾ CAA ਸੀਗਾ, ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ। ਇਹਦਾ ਮਤਲਬ ਜਿਹੜਾ 55 ਚ ਸਿਟੀਜ਼ਨਸ਼ਿਪ ਐਕਟ ਬਣਿਆ ਉਹਦੇ ਚ ਕਿੰਨੀ ਵਾਰ ਸੋਧ ਹੋ ਚੁੱਕੀ ਆ, ਪਰ ਤੁਸੀਂ ਸੋਚਿਆ ਕਦੀ ਕਿ ਜਿੰਨੀ ਵਾਰ ਸੋਧ ਹੋਈ ਉਹਦੇ ਚ ਹਰ ਵਾਰੀ ਇਹਨਾਂ ਰੌਲਾ ਪਿਆ ਹੋਊਗਾ? ਨਹੀਂ ਜੀ, ਐਵੇਂ ਨਹੀਂ ਹੁੰਦਾ। ਖੈਰ ਗੱਲ ਕਰਦੇ ਆ ਜੀ ਇੰਡੀਆ ਦੇ ਸਭ ਤੋਂ ਪਹਿਲੇ ਕਾਨੂੰਨ ਦੀ, ਜਿਹਦਾ ਨਾਮ ਆ ਸਿਟੀਜ਼ਨਸ਼ਿਪ ਐਕਟ 1955। ਉਸ ਐਕਟ 'ਚ ਇਹ ਦੱਸਿਆ ਗਿਆ ਹੈ ਕਿ ਇੱਕ ਸ਼ਖਸ ਕੋਲ 5 ਤਰੀਕਿਆਂ ਨਾਲ ਨਾਗਰਿਕਤਾ ਲੈਣ ਦਾ ਅਧਿਕਾਰ ਹੋਊਗਾ ਤੇ 3 ਤਰੀਕਿਆਂ ਨਾਲ ਉਹਦੀ ਨਾਗਰਿਕਤਾ ਖੋਈ ਜਾ ਸਕਦੀ ਹੈ। ਐਕਵਾਈਜ਼ੇਸ਼ਨ ਆਫ ਇੰਡੀਅਨ ਸਿਟੀਜ਼ਨਸ਼ਿਪ, ਇੰਡੀਆ ਦੀ ਨਾਗਰਿਕਤਾ ਲੈਣ ਦੇ 5 ਤਰੀਕੇ ਹੋਣਗੇ ਜੀ। ਕਿੰਨੇ ਤਰੀਕੇ ਹੋਣਗੇ ਭਲਾ? 5 ਤਰੀਕਿਆਂ ਨਾਲ ਤੁਸੀਂ ਇੰਡੀਆ ਦੀ ਨਾਗਰਿਕਤਾ ਜਿਹੜੀ ਹੈ ਜੀ ਉਹ ਲੈ ਸਕਦੇ ਹੋਵੋਗੇ। ਸਭ ਤੋਂ ਪਹਿਲੀ ਨਾਗਰਿਕਤਾ ਲੈਣ ਦਾ ਤਰੀਕਾ ਹੈ ਜੀ ਬਾਏ ਬਰਥ, ਕਿ ਤੁਸੀਂ ਜਨਮ ਦੇ ਆਧਾਰ ਤੇ ਇੰਡੀਆ ਦੀ ਨਾਗਰਿਕਤਾ ਲਓ। ਬੜਾ ਸੌਖਾ ਕਨਸੈਪਟ ਹੈ ਜੀ ਇਹ। ਇਸ ਕਨਸੈਪਟ 'ਚ ਇਹ ਆ ਕਿ ਤੁਸੀਂ ਜਦੋਂ ਇੰਡੀਆ 'ਚ ਜਨਮੇ ਹੋ
ਤਾਂ ਤੁਸੀਂ ਇੰਡੀਆ ਦੇ ਨਾਗਰਿਕ। ਇਹ ਤਾਂ ਗੱਲ ਹੀ ਬੜੀ ਸੌਖੀ ਸੀ। ਹੁਣ ਇੰਡੀਆ ਦੇ ਨਾਲ ਇੱਕ ਬੰਗਲਾਦੇਸ਼ ਆ, ਤੁਹਾਨੂੰ ਪਤਾ ਹੀ ਆ 71 ਤੋਂ ਪਹਿਲਾਂ ਉਹ ਪਾਕਿਸਤਾਨ ਹੁੰਦਾ ਸੀ ਤੇ 71 ਚ ਜਾ ਕੇ ਉਹ ਬੰਗਲਾਦੇਸ਼ ਬਣ ਗਿਆ। ਹੁਣ ਤੁਸੀਂ ਸੋਚ ਕੇ ਦੇਖੋ, ਇੱਕ ਬੰਦਾ ਬੰਗਲਾਦੇਸ਼ ਚ ਰਹਿ ਰਿਹਾ ਤੇ ਬੰਗਲਾਦੇਸ਼ ਦਾ ਮਾਹੌਲ ਖਰਾਬ ਹੋਵੇ, ਉਹਨਾਂ ਨੇ ਦੋ ਮਾਪਿਆਂ ਨੇ ਇੰਡੀਆ ਚ ਆ ਕੇ ਪਨਾਹ ਲੈ ਲਈ ਚੋਰੀ ਚੋਰੀ। ਬਾਰਡਰ ਕਿਹੜਾ ਹੈਗਾ ਉੱਥੇ, ਨਦੀ ਨੂਦੀ ਟੱਪ ਕੇ ਆ ਜਾਂਦੇ ਆ, ਬ੍ਰਹਮਪੁੱਤਰਾ ਜਿਹਨੂੰ ਅਸੀਂ ਰੈੱਡ ਰਿਵਰ ਵੀ ਕਹਿੰਦੇ ਆ। ਇਹ ਲਿਖ ਲੁਖ ਲਿਆ ਕਰੋ ਗੱਲਾਂ, ਖੈਰ ਆ ਜਾਓ, ਨਹੀਂ ਲਿਖਣੀ ਨਾ ਲਿਖੋ, ਪਰ ਦਿਮਾਗ 'ਚ ਤਾਂ ਫਿੱਟ ਹੋ ਗਈ ਨਾ, ਪੇਪਰ ਚੋਂ ਹੀ ਯਾਦ ਆ ਜਾਊਗੀ ਕਿ ਵਿਚ ਆਫ ਦੀ ਫੋਲੋਇੰਗ ਰਿਵਰ ਆਫ ਇੰਡੀਆ ਇਜ਼ ਕਾਲਡ ਰੈੱਡ ਰਿਵਰ ਬ੍ਰਹਮਪੁੱਤਰਾ। ਠੀਕ ਆ, ਹੁਣ ਆ ਜਾਓ। ਕਹਿੰਦੇ ਜੀ ਜੇ ਕੋਈ ਬੰਦਾ ਬੰਗਲਾਦੇਸ਼ ਤੋਂ ਇੰਡੀਆ 'ਚ ਆ ਕੇ ਚੋਰੀ ਚੋਰੀ ਆ ਗਿਆ, ਇੱਥੇ ਆ ਕੇ ਉਹਨੇ ਆਪਣੇ ਬੱਚਿਆਂ ਨੂੰ ਜਨਮ ਦੇ ਲਿਆ, ਬੱਚਾ ਇੰਡੀਆ ਦਾ ਨਾਗਰਿਕ, ਬੱਚੇ ਦੇ ਆਧਾਰ ਤੇ ਮਾਪਿਆਂ ਨੂੰ ਵੀ ਨਾਗਰਿਕਤਾ ਦੇਣੀ ਪੈਣੀ ਆ, ਅਸੀਂ ਖੋਈ ਨਹੀਂ ਸਕਦੇ। ਕਿੱਡੀ ਮਾੜੀ ਗੱਲ ਆ। ਤਾਂ ਇਹਦਾ ਮਤਲਬ ਇਹ ਇੰਡੀਆ ਦੀ ਜਿਹੜੀ ਸਿਟੀਜ਼ਨਸ਼ਿਪ ਪਾਲਿਸੀ ਆ ਕਿੱਡੀ ਮਾੜੀ ਹੋਊਗੀ। ਇੰਡੀਆ ਨੇ 1986 ਦੇ ਵਿੱਚ ਅਮੈਂਡਮੈਂਟ ਕੀਤੀ, ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ 1986, ਤੇ ਜਿਹੜਾ ਲਾਗੂ ਹੋਇਆ ਜਾ ਕੇ 1 ਜੁਲਾਈ 1987 ਤੋਂ ਬਾਅਦ। ਉਸ ਤੋਂ ਬਾਅਦ ਇਹ ਕਿਹਾ ਗਿਆ ਕਿ ਇੰਡੀਆ ਦਾ ਉਹੀ ਬੰਦਾ ਇੰਡੀਆ ਦੀ ਨਾਗਰਿਕਤਾ ਲੈ ਸਕਦਾ ਜਨਮ ਦੇ ਆਧਾਰ ਤੇ ਜਿਹਦਾ ਇੰਡੀਆ 'ਚ ਜਨਮ ਤਾਂ ਹੋਵੇ, ਪਰ ਜਨਮ ਦੇ ਨਾਲ ਨਾਲ ਜਨਮ ਦੇ ਵੇਲੇ ਉਹਦੇ ਮਾਪਿਆਂ ਕੋਲੋਂ ਕਿਸੇ ਇੱਕ ਕੋਲ ਇੰਡੀਆ ਦਾ ਪਾਸਪੋਰਟ ਹੋਵੇ। ਹੁਣ ਜੇ ਦੋਵੇਂ ਇਲੀਗਲ ਬਾਹਰੋਂ ਆਏ ਆ ਫੇਰ ਨਹੀਂ ਗੱਲ ਬਣਨੀ, ਮਤਲਬ ਗੱਲ ਕਲੀਅਰ ਹੋ ਗਈ। ਚਾਹੇ ਦੋਵੇਂ ਲੀਗਲੀ ਵੀ ਬਾਹਰੋਂ ਆਏ ਹੋਣ, ਪਰ ਕਿਸੇ ਇੱਕ ਕੋਲ ਇੰਡੀਆ ਦਾ ਪਾਸਪੋਰਟ ਹੋਣਾ ਜ਼ਰੂਰੀ ਆ। ਫਿਰ ਉਸ ਤੋਂ ਬਾਅਦ 2003 ਚ ਅਗਲੀ ਸੋਧ ਕੀਤੀ ਗਈ, ਜਿਹੜੀ ਕਿ 3 ਦਸੰਬਰ 2004 ਤੋਂ ਲਾਗੂ ਹੋਈ। ਉਸ ਸੋਧ 'ਚ ਇਹ ਕਿਹਾ ਗਿਆ ਕਿ ਹਾਂਜੀ, ਬੱਚੇ ਨੂੰ ਜਨਮ ਦੇ ਆਧਾਰ ਤੇ ਇੰਡੀਆ ਦੀ ਨਾਗਰਿਕਤਾ ਤਾਂ ਮਿਲੂਗੀ ਜੇ ਉਹਦੇ ਜਨਮ ਦੇ ਵੇਲੇ ਉਹਦਾ ਇੱਕ ਪੇਰੈਂਟ ਇੰਡੀਅਨ ਨਾਗਰਿਕ ਹੋਵੇ, ਮਤਲਬ ਵਨ ਆਫ ਦੀ ਪੇਰੈਂਟ ਇਜ਼ ਇੰਡੀਅਨ ਸਿਟੀਜ਼ਨ, ਅਤੇ ਦੂਜਾ ਲੀਗਲ ਤੌਰ ਤੇ ਇੰਡੀਆ ਆਇਆ ਹੋਵੇ। ਇਹ ਨਹੀਂ ਕਿ ਦੂਜਾ ਬਾਰਡਰ ਟੱਪ ਕੇ ਤਾਰਾਂ ਟੱਪ ਕੇ ਆਇਆ ਹੋਵੇ, ਦੂਜਾ ਲੀਗਲ ਤੌਰ ਤੇ। ਤੁਸੀਂ ਕਹੋਗੇ ਕਿ ਯਾਰ ਇੰਨੀਆਂ ਅਮੈਂਡਮੈਂਟਸ ਕਿਉਂ ਹੋਈਆਂ, 92 ਵਾਲੀ ਕਿਉਂ ਹੋਈ, 86 ਵਾਲੀ, 2003 ਵਾਲੀ, 5 ਵਾਲੀ? ਇਹਦਾ ਮਤਲਬ ਪਤਾ ਕੀ ਆ, ਕਿਤੇ ਕਿਸੇ ਚੀਜ਼ ਨੂੰ ਚੇਂਜ ਕੀਤਾ ਗਿਆ, ਕਿਤੇ ਕਿਸੇ ਚੀਜ਼ 'ਚ ਚੇਂਜ ਕੀਤਾ ਗਿਆ। ਇਹ ਨਾ ਕਿਉਂ ਕਿ ਅਮੈਂਡਮੈਂਟਸ ਹੱਟ ਪੜਨੀਆਂ ਪੈਣਗੀਆਂ, ਆ ਵਿੱਚ ਵਿੱਚ ਅਮੈਂਡਮੈਂਟਸ ਹੀ ਕਵਰ ਹੋ ਗਈਆਂ। ਦੂਜਾ ਤਰੀਕਾ ਨਾਗਰਿਕਤਾ ਇੱਕ ਆ ਜਿਹੜੇ ਸਾਡੇ ਦੇਸ਼ 'ਚ ਬਾਹਰੋਂ ਡਿਪਲੋਮੈਟ ਆਉਂਦੇ ਆ, IFS ਇੰਡੀਅਨ ਫੋਰਨ ਸਰਵਿਸਿਜ਼ ਵਾਲੇ, ਉਹਨਾਂ ਨੂੰ ਨਾਗਰਿਕਤਾ ਨਹੀਂ ਮਿਲਦੀ ਜੋ ਇੰਡੀਆ 'ਚ ਉਹਨਾਂ ਦੇ ਬੱਚਿਆਂ ਦਾ ਜਨਮ ਹੋ ਜੇ। ਉਹ ਤਾਂ ਇੰਡੀਆ 'ਚ ਪੜ੍ਹਦੇ ਵੀ ਇੰਟਰਨੈਸ਼ਨਲ ਜਿਹੜਾ ਹੁੰਦਾ ਆਪਣਾ IB ਬੋਰਡ ਆ ਜੀ, ਇੰਟਰਨੈਸ਼ਨਲ ਲੈਵਲ ਤੇ ਜਿਹੜਾ ਬੋਰਡ ਆ ਉਹਦੇ 'ਚ ਹੀ ਪੜ੍ਹਦੇ ਉਹਨਾਂ ਦੇ ਜਵਾਕ, CBSE SUBSE ਤਾਂ ਪੜ੍ਹਦੇ ਹੀ ਨਹੀਂ ਉਹ। ਦੂਜਾ ਜੀ ਬਾਏ ਡਿਸੈਂਟ, ਮਤਲਬ ਕਿ ਮਾਪਿਆਂ ਦੇ ਇੰਡੀਅਨ ਹੋਣ ਦੇ ਆਧਾਰ ਤੇ ਜਿਹੜੀ ਨਾਗਰਿਕਤਾ ਹੈ। ਪਹਿਲਾਂ ਕੀ ਹੁੰਦਾ ਸੀਗਾ, 26 ਜਨਵਰੀ 1950 ਤੋਂ ਪਹਿਲਾਂ ਜੇ ਕਿਸੇ ਬੱਚੇ ਦੇ ਪੇਰੈਂਟ ਮਾਪਿਆਂ ਚੋਂ ਡੈਡੀ ਇੰਡੀਅਨ ਸਿਟੀਜ਼ਨ ਆ ਤਾਂ ਉਹਦੇ ਬੱਚੇ ਦਾ ਜਨਮ ਜਿੱਥੇ ਮਰਜ਼ੀ ਹੋਇਆ ਸੀਗਾ, ਉਹ ਇਹ ਕਹਿ ਸਕਦਾ ਕਿ ਮੈਂ ਆਪਣੇ ਬੱਚੇ ਨੂੰ ਇੰਡੀਅਨ ਨਾਗਰਿਕਤਾ ਦਿਵਾਉਣੀ ਆ। ਸ਼ਰਤ ਸਿਰਫ ਇਹ ਸੀ ਕਿ ਉਹਦਾ ਡੈਡੀ ਜੇ ਇੰਡੀਅਨ ਸਿਟੀਜ਼ਨ ਆ। ਮੰਨ ਲਓ ਇੰਡੀਆ ਦੇ ਵਿੱਚ ਦੋ ਕਾਮੇ ਮੰਮੀ ਡੈਡੀ ਦੋਵੇਂ ਸਿੰਗਾਪੁਰ ਗਏ ਆ ਤੇ ਉੱਥੇ ਜਾ ਕੇ ਉਹਦੇ ਬੱਚੇ ਦਾ ਜਨਮ ਹੋ ਗਿਆ, ਤੇ ਉਹਦੇ ਪੇਰੈਂਟਸ ਚਾਹੁੰਦੇ ਆ ਕਿ ਅਸੀਂ ਇਹਨੂੰ ਸਿੰਗਾਪੁਰ ਦੀ ਨਹੀਂ ਇੰਡੀਆ ਦੀ ਸਿਟੀਜ਼ਨਸ਼ਿਪ ਦਿਵਾਉਣੀ ਹੈ ਕਿਉਂਕਿ ਇੰਡੀਆ 'ਚ ਸਾਡੀ ਪ੍ਰਾਪਰਟੀ ਆ, ਫਿਰ ਔਖੇ ਹੋਵਾਂਗੇ। ਇੰਡੀਆ 'ਚੋਂ ਅਪਲਾਈ ਕਰ ਦਿੰਦੇ ਸੀਗੇ, ਪਰ ਉਹ ਇਹ ਦੇਖਦੇ ਸੀ ਕਿ ਬੇਸ਼ੱਕ ਤੁਹਾਡੇ ਬੱਚੇ ਦਾ ਜਨਮ ਬਾਹਰ ਹੋਇਆ ਹੈ, ਠੀਕ ਆ, ਤਾਂ ਬਾਏ ਬਰਥ ਵਾਲੀ ਤਾਂ ਮਿਲ ਹੀ ਨਹੀਂ ਸਕਦੀ ਉਹਨੂੰ ਕਿ ਉਹਦਾ ਜਨਮ ਇੰਡੀਆ 'ਚ ਨਹੀਂ ਹੋਇਆ, ਪਰ ਡਿਸੈਂਟ ਵਾਲੀ ਮਿਲ ਜੂਗੀ। ਪਰ ਇੱਕ ਸ਼ਰਤ ਆ ਕਿ ਜਦੋਂ ਉਹਦਾ ਜਨਮ ਹੋਇਆ ਉਸ ਟਾਈਮ ਉਹਦੇ ਡੈਡੀ ਕੋਲ, ਉਸ ਦਿਨ ਦੀ ਤਰੀਕ ਨੂੰ ਉਹਦੇ ਡੈਡੀ ਕੋਲ ਇੰਡੀਆ ਦਾ ਪਾਸਪੋਰਟ ਸੀਗਾ। ਉਹ ਤਾਂ ਓਬਵੀਅਸ ਜੀ ਗੱਲ ਸੀਗਾ। ਪਰ ਇਹਦੇ 'ਚ ਇੱਕ ਮਾੜੀ ਗੱਲ ਵੀ ਸੀਗੀ। ਮਾੜੀ ਗੱਲ ਇਹ ਕਿ ਜੀ ਇਹਦੇ 'ਚ ਮਦਰ ਵਾਲਾ ਕਨਸੈਪਟ ਇਗਨੋਰ ਕੀਤਾ ਗਿਆ। ਪਰ 1992 ਦੀ ਜਿਹੜੀ ਸੋਧ ਸੀ ਉਸ ਤੋਂ ਬਾਅਦ ਇਹ ਕਹਿ ਦਿੱਤਾ ਗਿਆ ਕਿ ਜੀ ਇਹ ਕੋਈ ਜ਼ਰੂਰੀ ਨਹੀਂ ਕਿ ਉਹਦਾ ਡੈਡੀ ਹੀ ਇੰਡੀਅਨ ਸਿਟੀਜ਼ਨ ਹੋਵੇ। ਇਹ ਕਿਹਾ ਗਿਆ ਕਿ ਡੈਡੀ ਜਾਂ ਮੰਮੀ ਤੋਂ ਕੋਈ ਵੀ ਇੱਕ ਇੰਡੀਅਨ ਸਿਟੀਜ਼ਨ ਹੋ ਸਕਦਾ ਹੈ ਜੀ। ਉਮੀਦ ਕਰਦਾ ਕਿ ਇਹ ਗੱਲ ਸਮਝ ਆਈ ਹੋਊਗੀ। ਤੇ 2003 ਵਾਲੀ ਸੋਧ ਤੋਂ ਬਾਅਦ ਇੱਕ ਚੀਜ਼ ਹੋਰ ਵੀ ਕਰ ਦਿੱਤੀ ਗਈ। ਹੁਣ ਕੀ ਕਰਦੇ ਸੀਗੇ ਕਿ ਇੱਕ ਬੱਚੇ ਦੇ ਮੰਮੀ ਡੈਡੀ 'ਚ ਕੋਈ ਇੱਕ ਇੰਡੀਅਨ, ਦੋਵੇਂ ਇੰਡੀਅਨ ਸਿਟੀਜ਼ਨ ਆ ਤੇ ਦੋਵੇਂ ਜਾਣੇ ਸ਼੍ਰੀਲੰਕਾ ਗਏ ਹੋਏ ਆ ਕੰਮ ਤੇ ਉੱਥੇ ਬੱਚੇ ਦਾ ਜਨਮ ਹੋ ਗਿਆ, ਠੀਕ ਆ। ਸ਼੍ਰੀਲੰਕਾ ਨਹੀਂ, ਕਿਸੇ ਦੂਜੇ ਦੇਸ਼, ਯੂਰਪ ਦੇ ਕਿਸੇ ਦੇਸ਼ ਗਏ ਆ, ਉੱਥੇ ਯੂਰਪ ਦੇ ਉਸ ਦੇਸ਼ ਦੇ ਵਿੱਚ ਅਪਲਾਈ ਕਰਤੀ ਨਾਗਰਿਕਤਾ ਬੱਚੇ ਦੀ ਬਰਥ ਦੇ ਆਧਾਰ ਤੇ ਇੰਡੀਆ 'ਚ ਅਪਲਾਈ ਕਰਤੀ ਕਿਹਦੇ ਆਧਾਰ ਤੇ ਭਲਾ, ਡਿਸੈਂਟ ਦੇ ਆਧਾਰ ਤੇ ਕਿ ਉਹਦੇ ਮਾਪਿਆਂ 'ਚੋਂ ਕੋਈ ਇੱਕ ਇੰਡੀਅਨ ਸਿਟੀਜ਼ਨ ਆ। ਮਤਲਬ ਡਬਲ ਸਿਟੀਜ਼ਨਸ਼ਿਪ ਗਲਤ ਹੋ ਗਈ ਗੱਲ, ਤੇ ਇੰਡੀਅਨਸ ਕੋ ਕਈ ਵਾਰੀ ਫੜੀ ਵੀ ਨਹੀਂ ਜਾਂਦੀ। ਫਿਰ ਇਹ ਰੂਲ ਬਣਾਇਆ ਗਿਆ ਕਿ ਜੇ ਤੁਸੀਂ ਇੰਡੀਆ ਦੀ ਨਾਗਰਿਕਤਾ ਲੈਣੀ ਆ ਤਾਂ ਤੁਹਾਨੂੰ ਸਭ ਤੋਂ ਪਹਿਲਾਂ 6 ਮਹੀਨੇ ਦੇ ਅੰਦਰ ਅੰਦਰ ਇਹ ਰਜਿਸਟ੍ਰੇਸ਼ਨ ਕਰਾਉਣੀ ਪਊਗੀ ਇੰਡੀਆ ਦੀ ਉਸ ਐਮਬੈਸੀ 'ਚ ਜਿਹੜੇ ਦੇਸ਼ 'ਚ ਤੁਸੀਂ ਹੈਗੇ ਹੋ। ਉਹ ਐਮਬੈਸੀ ਪਹਿਲਾਂ ਚੈੱਕ ਕਰੂਗੀ ਕਿ ਤੁਸੀਂ ਉਸ ਦੇਸ਼ 'ਚ ਕਿਤੇ ਵੈਰੀਫਾਈ ਅਪਲਾਈ ਤਾਂ ਨਹੀਂ ਕੀਤਾ ਹੋਇਆ ਨਾਗਰਿਕਤਾ ਲੈਣ ਲਈ, ਕਿਤੇ ਤੁਸੀਂ ਡਬਲ ਦੇਸ਼ਾਂ ਦੀ ਨਾਗਰਿਕਤਾ ਆਪਣੇ ਜਵਾਕ ਨੂੰ ਦਵਾ ਦਿਓ। ਇਸ ਕਰਕੇ ਬਾਏ ਡਿਸੈਂਟ ਵਾਲਾ ਉਮੀਦ ਕਰਦਾ ਸਮਝ ਆ ਗਿਆ ਹੋਊਗਾ। ਤੀਜਾ ਹੈ ਜੀ ਰਜਿਸਟ੍ਰੇਸ਼ਨ। ਜੇ ਕਿਸੇ ਦਾ ਇੰਡੀਆ 'ਚ ਵਿਆਹ ਹੋਇਆ ਤੇ ਉਹ ਪਿਛਲੇ 7 ਸਾਲ ਤੋਂ ਇੰਡੀਆ 'ਚ ਰਹਿ ਰਿਹਾ ਹੈ, ਠੀਕ ਆ,
ਜਾਂ ਉਹ 7 ਸਾਲ ਤੋਂ ਇੰਡੀਆ 'ਚ ਰਹਿ ਕੇ ਪੂਰੇ ਡਾਕੂਮੈਂਟਸ ਦੇ ਆਧਾਰ ਤੇ ਪਾਸਪੋਰਟ ਕਿਸੇ ਦੂਜੇ ਦੇਸ਼ ਦਾ, ਜਿਹੜੇ ਦੇਸ਼ 'ਚੋਂ ਆਇਆ ਹੈ ਉੱਥੋਂ ਦੇ ਪੂਰੇ ਡਾਕੂਮੈਂਟਸ ਦੇ ਆਧਾਰ ਤੇ ਇੰਡੀਆ ਦੀ ਨਾਗਰਿਕਤਾ ਲੈਣਾ ਚਾਹੁੰਦਾ ਹੈ ਤਾਂ ਉਸ ਬੰਦੇ ਨੂੰ ਨਾਗਰਿਕਤਾ ਮਿਲੂਗੀ ਬਾਏ ਰਜਿਸਟ੍ਰੇਸ਼ਨ। ਅਗਲੀ ਗੱਲ, ਜੇ ਕੋਈ ਬੰਦਾ ਨੈਚੁਰਲਾਈਜੇਸ਼ਨ ਦੇ ਆਧਾਰ ਤੇ ਲੈਣਾ ਚਾਹੁੰਦਾ ਹੈ, ਨੈਚੁਰਲਾਈਜੇਸ਼ਨ ਦਾ ਮਤਲਬ ਆ ਕੁਦਰਤੀ ਤੌਰ ਤੇ, ਤੁਹਾਡੇ ਕੋਲ ਕੋਈ ਪਾਸਪੋਰਟ ਨਹੀਂਗਾ, ਤੁਸੀਂ ਉੱਜੜ ਕੇ ਆਏ ਹੋ, ਜਾਂ ਤੁਸੀਂ ਸਾਡੇ ਦੇਸ਼ 'ਚ ਬੜੀ ਮਹਾਨ ਸ਼ਖਸੀਅਤ ਹੋ ਜਿਵੇਂ ਮਦਰ ਟਰੇਸਾ ਸੀਗੀ, ਤਾਂ ਅਸੀਂ ਕੋਈ ਪਾਸਪੋਰਟ ਪੂਸਪੋਰਟ ਕੋਈ ਡਾਕੂਮੈਂਟ ਨਹੀਂ ਮੰਗਦੇ। ਇਹਦੇ 'ਚ ਇਸ ਤਰੀਕੇ ਦੀ ਨਾਗਰਿਕਤਾ ਜਿਹੜੀ ਅਸੀਂ ਦਿੰਦੇ ਆ ਜੀ, ਉਹ ਅਸੀਂ ਦਿੰਦੇ ਆ ਜੀ ਨੈਚੁਰਲਾਈਜੇਸ਼ਨ ਤੇ। ਜੇ ਤਾਂ ਕਿਸੇ ਮਹਾਨ ਬੰਦੇ ਨੂੰ ਦੇਣੀ ਹੋਵੇ ਫਿਰ ਤਾਂ ਅਸੀਂ 1 ਸਾਲ ਦੇ ਬਾਅਦ ਵੀ ਦੇ ਸਕਦੇ ਹਾਂ, ਪਰ ਜੇ ਆਮ ਲੋਕਾਂ ਨੂੰ ਦੇਣੀ ਹੋਵੇ ਫਿਰ ਉਹ ਬੰਦੇ ਦਾ ਘੱਟੋ ਘੱਟ 11 ਸਾਲ ਇੰਡੀਆ 'ਚ ਰਹਿਣਾ ਜ਼ਰੂਰੀ ਆ। ਠੀਕ ਆ, 11 ਸਾਲਾਂ ਦੇ ਬਰਾਬਰ ਦਿਨਾਂ ਦਾ ਇੰਡੀਆ 'ਚ ਰਹਿਣਾ ਬਹੁਤ ਜ਼ਰੂਰੀ ਆ। ਦਿਨ ਸਾਲ ਤਾਂ ਪਿਛਲੇ 14 ਰਹਿਣਾ ਪਊਗਾ, ਪਰ ਉਹ 'ਚੋਂ ਜਿਹੜੇ ਟੋਟਲ ਦਿਨ ਆ ਨਾ ਉਹ 11 ਸਾਲਾਂ ਦੇ ਬਰਾਬਰ ਦੇ ਦਿਨ ਹੋ ਜਾਣਗੇ ਜਦੋਂ ਵੀ ਉਹਦੇ ਪੂਰੇ, ਭਾਵੇਂ ਉਹ 11 ਸਾਲਾਂ 'ਚ ਹੀ ਹੋ ਜਾਣ। ਠੀਕ ਆ, ਤਾਂ ਅਸੀਂ ਉਹਨੂੰ ਨਾਗਰਿਕਤਾ ਨੈਚੁਰਲਾਈਜੇਸ਼ਨ ਦਾ ਅੰਡਰ ਕੰਸੀਡਰ ਕਰ ਲੈਂਦੇ ਆ, ਪਰ ਇਹਦੇ 'ਚ ਅਸੀਂ ਉਹ ਤੋਂ ਡਾਕੂਮੈਂਟ ਨਹੀਂ ਮੰਗਦੇ ਫਿਰ ਕੋਈ ਵੀ ਬਾਹਲਾ। ਠੀਕ ਆ, ਇਸ ਤਰੀਕੇ ਦਾ ਤਰੀਕਾ ਜਿਹੜਾ ਹੈ ਉਹ ਨੈਚੁਰਲਾਈਜੇਸ਼ਨ ਆ। ਤੁਹਾਨੂੰ ਇੱਕ ਗੱਲ ਪਤਾ ਹੈ ਕਿ ਜਿਹੜਾ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ 2019 ਆ, ਉਹਦਾ ਸਭ ਤੋਂ ਵੱਡੀ ਕੁੰਡੀ ਪਤਾ ਕੀ ਆ? ਉਹ ਪੂਰੇ ਸਿਟੀਜ਼ਨਸ਼ਿਪ ਦੇ ਐਕਟ ਦੇ ਵਿੱਚ ਅਮੈਂਡਮੈਂਟ ਨਹੀਂ, ਉਹ ਸਿਰਫ ਨੈਚੁਰਲਾਈਜੇਸ਼ਨ ਦੇ ਵਿੱਚ ਹੋਈ ਅਮੈਂਡਮੈਂਟ ਆ। ਹੁਣ ਤੁਸੀਂ ਪੁੱਛੋਗੇ ਦੱਸੋ ਕੀ, ਉਹ ਨਹੀਂ ਹਜੇ ਮੈਂ ਦੱਸਦਾ, ਅੱਗੇ ਆ ਜਾਓ। ਅਗਲਾ ਤਰੀਕਾ ਹੈ ਬਾਏ ਇਨਕੋਰਪੋਰੇਸ਼ਨ ਆਫ ਟੈਰੀਟਰੀ। ਯਾਦ ਆ ਇੰਡੀਆ ਨੇ ਪਿੱਛੇ ਜੇ ਗੋਆ ਤੇ ਕਬਜ਼ਾ ਕੀਤਾ ਸੀ 1961 'ਚ, 1954 'ਚ ਅਸੀਂ ਕਿਹਦੇ ਤੇ ਕਬਜ਼ਾ ਕੀਤਾ ਸੀ ਯਾਦ ਹੋਵੇ? ਪੁਡੂਚੇਰੀ ਤੇ। ਜਦੋਂ ਪੁਡੂਚੇਰੀ ਤੇ ਅਸੀਂ ਕਬਜ਼ਾ ਕੀਤਾ ਸੀ ਤਾਂ ਪੁਡੂਚੇਰੀ ਦੇ ਲੋਕ ਕਿੱਥੋਂ ਦੇ ਨਾਗਰਿਕ ਸੀਗੇ? ਫਰਾਂਸ ਦੇ। ਤੇ ਇੰਡੀਆ ਦੇ ਕਬਜ਼ੇ ਤੋਂ ਬਾਅਦ ਉਹ ਕਿੱਥੋਂ ਦੇ ਨਾਗਰਿਕ ਹੋ ਗਏ ਭਲਾ? ਇੰਡੀਆ ਦੇ। ਹਾਂ, ਉਹਨਾਂ ਕੋਲ ਜ਼ਰੂਰ ਡਬਲ ਸਿਟੀਜ਼ਨਸ਼ਿਪ ਹੈਗੀ ਆ ਜੀ। ਇੰਡੀਆ ਦਾ ਬੜਾ ਘੁੰਡੀ ਆ ਜੀ ਉਸ 'ਚ। ਕਦੀ ਪੁਡੂਚੇਰੀ ਦੇ ਲੋਕਾਂ ਦੀ ਨਾਗਰਿਕਤਾ ਤੇ ਵੀਡੀਓ ਜ਼ਰੂਰ ਦੇਖਿਓ। ਤੁਸੀਂ ਕਹੋਗੇ ਕਿੱਥੋਂ ਦੇਖ ਲਈਏ, ਮੈਂ ਇੰਨੀ ਡਿਸਕਸ਼ਨ ਤਾਂ ਨਹੀਂ ਕਰ ਸਕਦਾ, ਨਾ ਮੇਰੇ ਕੋਲ ਇੰਨਾ ਟਾਈਮ ਆ। ਬਸ ਇਹ ਦੇਖਿਓ ਪੁਡੂਚੇਰੀ ਸਿਟੀਜ਼ਨਸ਼ਿਪ BBC ਹਿੰਦੀ, ਤਾਂ ਤੁਸੀਂ ਕਰੋਗੇ ਤਾਂ ਤੁਹਾਨੂੰ ਇੱਕ ਕੁੰਡੀ ਨਿਕਲ ਕੇ ਸਾਹਮਣੇ ਆਊਗੀ ਕਿ ਵਾਕਈ ਯਾਰ ਪੁਡੂਚੇਰੀ ਦੇ ਲੋਕਾਂ ਕੋਲ ਦੀ ਨਾਗਰਿਕਤਾ ਦੀ ਏਡੀ ਕੁੰਡੀ ਹੈਗੀ ਆ। ਉਮੀਦ ਕਰਦਾ ਕਿ ਇੱਕ ਗੱਲ ਤਾਂ ਤੁਹਾਨੂੰ ਸਮਝ ਆ ਗਈ ਹੋਊਗੀ ਕਿ ਤੁਸੀਂ ਜੇ ਕਿਸੇ ਦੇਸ਼ ਦੀ ਨਾਗਰਿਕਤਾ ਅਕਵਾਇਰ ਕਰ ਲੈਂਦੇ ਹੋ ਤਾਂ ਤੁਸੀਂ ਉਸ ਦੇਸ਼ ਦੀ, ਉੱਥੋਂ ਦੇ ਬਸ਼ਿੰਦੇ ਤੁਹਾਡੇ ਦੇਸ਼ ਦੇ ਨਾਗਰਿਕ ਬਣ ਜਾਣਗੇ, ਫਿਰ ਉਸ ਇਲਾਕੇ ਦੇ ਬਸ਼ਿੰਦੇ ਆ ਜਿਹੜੇ। ਐਵੇਂ ਦੀ ਹੀ ਇੱਕ ਗੱਲ ਹੋਈ ਸੀ 2015 'ਚ, ਇੰਡੀਆ ਤੇ ਬੰਗਲਾਦੇਸ਼। ਠੀਕ ਆ ਜੀ, ਇੱਕ ਨਾ ਕਾਰਨ ਸੀਗਾ, ਕਾਰਨ ਬੜਾ ਅਜੀਬ ਜਿਹਾ ਸੀਗਾ, ਕਾਰਨ ਦੇ ਬਗੈਰ ਨਹੀਂ ਮੈਂ ਪਾਊਂਗਾ। ਇੰਡੀਆ ਦੀ ਕੁਛ ਜ਼ਮੀਨ ਬੰਗਲਾਦੇਸ਼ ਦੇ ਵਿੱਚ ਬੋਲਦੀ ਸੀ ਤੇ ਬੰਗਲਾਦੇਸ਼ ਦੀ ਕੁਛ ਜ਼ਮੀਨ ਇੰਡੀਆ ਦੇ ਵਿੱਚ ਬੋਲਦੀ ਸੀਗੀ। ਸੋ ਹੋਇਆ ਕੀ ਕਿ ਜੀ ਜਦੋਂ ਇੰਡੀਆ ਦੀ ਕੁਛ ਜ਼ਮੀਨ ਬੰਗਲਾਦੇਸ਼ ਤੇ ਬੰਗਲਾਦੇਸ਼ ਦੀ ਕੁਛ ਜ਼ਮੀਨ ਜਿਹੜੀ ਆ ਜੀ ਉਹ ਇੰਡੀਆ 'ਚ ਬੋਲਦੀ ਸੀ। ਆਹ ਲਓ ਜੀ, ਜੇ ਤੁਸੀਂ ਕਹਿ ਹੀ ਰਹੇ ਹੋ ਤੇ ਮੈਂ ਸਮਝਾ ਵੀ ਦਿੰਦਾ ਜੀ। ਆ ਰਿਹਾ ਜੀ ਇੰਡੀਆ, ਆ ਰਿਹਾ ਇੰਡੀਆ, ਠੀਕ ਆ ਜੀ, ਆ ਰਿਹਾ ਬੰਗਲਾਦੇਸ਼। ਠੀਕ ਆ ਜੀ, ਆਜ਼ਾਦੀ ਤੋਂ ਪਹਿਲਾਂ ਇੰਡੀਆ ਦੇ ਇਸ ਇਲਾਕੇ 'ਚ ਇੱਕ ਰਾਜਾ ਰਹਿ ਰਿਹਾ ਸੀਗਾ ਜੀ। ਉਸ ਰਾਜੇ ਨੇ ਕੀ ਕੀਤਾ ਜੀ, ਆਹ ਇੰਡੀਆ ਦਾ ਰਾਜਾ ਸੀ ਇੱਥੋਂ ਵਾਲਾ, ਉਸ ਰਾਜੇ ਨੇ ਇੱਥੋਂ ਦਾ ਰਾਜਾ ਸੀਗਾ, ਇਹ ਸੀ ਉੱਥੋਂ ਦਾ ਰਾਜਾ, ਕੂਚ ਵਿਹਾਰ ਦਾ ਰਾਜਾ। ਠੀਕ ਆ, ਤੇ ਇੱਥੋਂ ਦਾ ਇੱਕ ਇੱਥੋਂ ਦਾ ਰਾਜਾ ਸੀਗਾ ਜੀ, ਤੇ ਇੱਕ ਇੱਥੋਂ ਦਾ ਸੀਗਾ ਬੰਗਲਾਦੇਸ਼ ਦਾ ਰਾਜਾ। ਠੀਕ ਆ, ਰੰਗੂਨ, ਮੈਨੂੰ ਦਿਮਾਗ 'ਚੋਂ ਨਾਂ ਭੁੱਲ ਗਿਆ ਕਿ ਇਹ ਕਿਹੜੇ ਇਲਾਕੇ ਦਾ ਰਾਜਾ ਸੀਗਾ। ਇੱਕ ਤਾਂ ਕੂਚ ਵਿਹਾਰ ਦਾ ਰਾਜਾ ਸੀਗਾ, ਉਹਦਾ ਇਲਾਕਾ, ਉਹਦੀ ਜਦੋਂ ਇੰਡੀਆ ਆਜ਼ਾਦ ਹੋਇਆ ਨਾ ਉਹ ਇੰਡੀਆ ਨਾਲ ਮਿਲ ਗਿਆ, ਤੇ ਇੱਕ ਰੰਗਪੁਰ ਦਾ ਰਾਜਾ ਸੀਗਾ ਉਹ ਬੰਗਲਾਦੇਸ਼ 'ਚ ਮਿਲ ਗਿਆ, ਮਤਲਬ ਉਦੋਂ ਪਾਕਿਸਤਾਨ 'ਚ ਮਿਲ ਗਿਆ। ਪਰ ਇਹਨਾਂ ਦੋਵਾਂ ਨੇ ਕਰਤੂਤ ਕੀ ਕੀਤੀ ਹੈ? ਕਰਤੂਤ ਸੁਣੋ। ਇੰਡੀਆ ਦਾ ਜਿਹੜਾ ਰਾਜਾ ਸੀਗਾ ਉਹ ਤੇ ਪਾਕਿਸਤਾਨ ਜਿਹੜਾ ਉਦੋਂ ਬੰਗਲਾਦੇਸ਼ 'ਚ ਚਲੇ ਗਿਆ ਬਾਅਦ 'ਚ, ਇਹਨਾਂ ਦੋਵਾਂ ਨੇ ਸ਼ਰਤ ਲਾਈ। ਇੰਡੀਆ ਦੇ ਰਾਜੇ ਨੇ ਉਸ ਰਾਜੇ ਤੋਂ ਇੱਥੇ 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 ਐਵੇਂ ਦੀ ਟੈਰੀਟਰੀ ਐਕਵਾਇਰ ਕਰ ਲਈ। ਠੀਕ ਆ ਜੀ, ਤੇ ਇੱਥੋਂ ਦੇ ਰਾਜੇ ਨੇ, ਜਿਹੜਾ ਬੰਗਲਾਦੇਸ਼ ਦਾ ਰਾਜਾ ਸੀਗਾ, ਉਹਨੇ ਇੰਡੀਆ ਦੇ ਵਿੱਚ ਆ ਬੰਗਲਾਦੇਸ਼ ਦੇ ਰਾਜੇ ਦੀ ਜ਼ਮੀਨ ਆ, ਉਹਨੇ ਜੂਏ 'ਚ ਇੰਡੀਆ ਦੇ ਰਾਜੇ ਤੋਂ ਆਹ ਜ਼ਮੀਨ ਜਿੱਤ ਲਈ। ਠੀਕ ਆ ਜੀ, ਜਦੋਂ ਇੰਡੀਆ ਤੇ ਬੰਗਲਾਦੇਸ਼ ਅੱਡ-ਅੱਡ ਹੋ ਗਏ, ਆਜ਼ਾਦ ਹੋ ਗਏ, ਮਤਲਬ ਪੱਕਾ ਪਾਕਿਸਤਾਨ ਬਣ ਗਿਆ, ਬੰਗਲਾਦੇਸ਼ ਤੇ ਚਲੋ ਬਾਅਦ 'ਚ ਨਾਮ ਆਇਆ ਨਾ, ਤਾਂ ਆਹ ਜਿਹੜੀ ਜ਼ਮੀਨ ਇੰਡੀਆ ਦੀ, ਉਹਦੇ ਨਾਲ ਇੰਡੀਆ ਨੂੰ ਆ ਵੀ ਜ਼ਮੀਨ ਮਿਲ ਗਈ, ਕਿਉਂਕਿ ਉਹ ਰਾਜੇ ਦੀ ਜ਼ਮੀਨ ਸੀ। ਬੰਗਲਾਦੇਸ਼ ਨੂੰ ਆ ਵੀ ਜ਼ਮੀਨ ਮਿਲ ਗਈ। ਐਵੇਂ ਦਾ ਰੌਲਾ ਸੀਗਾ, ਤੇ ਇਹ ਰੌਲਾ ਇੰਨਾ ਖਤਰਨਾਕ ਸੀਗਾ ਕਿ ਤੁਸੀਂ ਇਹ ਕਹਿ ਕੇ ਦੇਖੋ ਕਿ ਇਹੋ ਜੀ ਜਿਹੜਾ ਰੌਲਾ ਸੀ ਨਾ ਉਹ 17,000 ਏਕੜ ਦਾ ਸੀਗਾ। ਉਹ 'ਚੋਂ 7,000 ਏਕੜ ਦੀ ਤਾਂ ਇੰਡੀਆ ਦੀ ਜ਼ਮੀਨ ਸੀਗੀ ਜਿਹੜੀ ਬੰਗਲਾਦੇਸ਼ 'ਚ ਸੀ, ਤੇ 11,000 ਏਕੜ ਦੀ ਇੰਡੀਆ ਦੀ ਜ਼ਮੀਨ ਸੀਗੀ ਜਿਹੜੀ ਉੱਥੇ ਆ ਪਾਕਿਸਤਾਨ 'ਚ। ਹੁਣ ਕੁੰਡੀ ਇਹ ਪੈ ਗਈ ਕਿ ਇੰਡੀਆ ਨੇ ਦੋ ਕੰਮ ਕਰਨੇ ਸੀਗੇ। ਇੱਕ ਤਾਂ 7,000 ਏਕੜ ਜਿਹੜੀ ਸੀਗੀ, ਜਿਹੜੀ ਬੰਗਲਾਦੇਸ਼ ਦੀ ਜ਼ਮੀਨ ਇੰਡੀਆ ਦੇ ਹਿੱਸੇ 'ਚ ਸੀ, ਉਹਦੇ ਤੇ ਕਰਨਾ ਸੀ ਕਬਜ਼ਾ। ਤੇ ਇੱਕ ਜਿਹੜੀ ਸਾਡੀ ਜਿਹੜੀ ਜ਼ਮੀਨ ਸੀਗੀ, ਕੀ ਨਾਮ ਉਹਦਾ, ਜਿਹੜੀ ਬੰਗਲਾਦੇਸ਼ 'ਚ 11,000 ਏਕੜ ਸੀ, ਉਹ ਬੰਗਲਾਦੇਸ਼ ਨੂੰ ਦੇਣੀ ਸੀ। ਆਰਟੀਕਲ 2 ਕਹਿੰਦਾ ਕਨਸਟੀਟਿਊਸ਼ਨ ਦਾ ਕਿ ਜੇ ਅਸੀਂ ਜ਼ਮੀਨ ਪਾਕਿਸਤਾਨ ਕਿਸੇ ਦੂਜੇ ਦੇਸ਼ ਤੋਂ ਖੋਣੀ ਹੋਵੇ
ਤਾਂ ਸਿੰਪਲ ਮੈਜੋਰਟੀ ਨਾਲ ਹੋਈ ਜਾ ਸਕਦੀ ਆ। ਬੜੀ ਸਿੰਪਲ ਜੀ ਗੱਲ ਆ ਨਾ। ਆਰਟੀਕਲ 2 ਕਿ ਬਾਹਰੋਂ ਕਿਸੇ ਵੀ ਟੈਰੀਟਰੀ ਨੂੰ ਲਿਆ ਕੇ ਇੰਡੀਆ 'ਚ ਮਿਲਾ ਲਓ, ਤੇ ਮੈਂ ਦੱਸਿਆ ਵੀ ਸੀਗਾ ਕਿ ਉਹਨੂੰ ਲਿਆ ਕੇ ਇੰਡੀਆ 'ਚ ਭਾਵੇਂ ਵੱਖਰੀ ਸਟੇਟ ਬਣਾ ਲਓ, ਭਾਵੇਂ ਇੰਡੀਆ ਦੀ ਕਿਸੇ ਸਟੇਟ 'ਚ ਹੀ ਮਿਲਾ ਲਓ। ਇੰਡੀਆ ਦੀ ਜਿਹੜੀ ਸਟੇਟ 'ਚ ਮਿਲਾਈ ਗਈ ਟੈਰੀਟਰੀ ਉਹ ਆ 3-4 ਸਟੇਟਾਂ ਸੀਗੀਆਂ, ਠੀਕ ਆ ਜੀ। ਇਹਨਾਂ 'ਚੋਂ ਮਿਲਾ ਲਈ ਗਈ ਟੈਰੀਟਰੀ ਲਿਆ ਕੇ 3-4 ਸਟੇਟਾਂ, ਜਿਹਦੇ ਇਲਾਕੇ 'ਚ ਆਈ ਉਹ। ਇਹਦੇ ਲਈ ਤਾਂ ਕਿਸੇ ਵੀ ਕਨਸਟੀਟਿਊਸ਼ਨ ਨੂੰ ਅਮੈਂਡ ਕਰਨ ਦੀ ਲੋੜ ਹੀ ਨਹੀਂ ਸੀ, ਪਰ ਮੈਂ ਥੱਲੇ ਲਿਖਿਆ ਕਿ ਇਹ ਸੰਵਿਧਾਨ ਦੀ 100ਵੀਂ ਅਮੈਂਡਮੈਂਟ ਵੀ ਸੀਗੀ। ਤੁਸੀਂ ਕਹੋਗੇ ਫਿਰ ਬੱਸ ਕਰੋ ਯਾਰ, ਜਦੋਂ ਆਰਟੀਕਲ 2 ਨੂੰ ਤੇ ਆਰਟੀਕਲ 3 ਨੂੰ ਲਾਗੂ ਕਰਨ ਵਾਸਤੇ ਕਨਸਟੀਟਿਊਸ਼ਨਲ ਅਮੈਂਡਮੈਂਟ ਕਰਨੀ ਹੋਈ ਨਹੀਂ ਪੈਂਦੀ, ਤੇ ਫਿਰ ਇੱਥੇ ਕਰਨੀ ਕਿਉਂ ਪਈ ਏ? ਕਰਨੀ ਇਸ ਕਰਕੇ ਪਈ ਕਿਉਂਕਿ ਅਸੀਂ ਜ਼ਮੀਨ ਕੱਲੀ ਲੈਣੀ ਨਹੀਂ ਸੀ, ਜ਼ਮੀਨ ਦੇਣੀ ਵੀ ਸੀ। ਸੁਪਰੀਮ ਕੋਰਟ ਨੇ ਇੱਕ ਬਹਿਰੂਬਰੀ ਮਾਮਲਾ ਹੋਇਆ ਸੀ, ਸੁਪਰੀਮ ਕੋਰਟ 'ਚ ਗਿਆ 1960 'ਚ। ਉਸ ਕੇਸ 'ਚ ਸੁਪਰੀਮ ਕੋਰਟ ਨੇ ਕਿਹਾ ਸੀਗਾ ਕਿ ਜੀ ਸੰਵਿਧਾਨ ਨੇ ਤਾਂ ਇਹ ਕਿਹਾ ਕਿ ਬਾਹਰੋਂ ਕਿਸੇ ਤੇ ਵੀ ਕਬਜ਼ਾ ਕਰਨ ਵਾਸਤੇ ਕਨਸਟੀਟਿਊਸ਼ਨਲ ਅਮੈਂਡਮੈਂਟ ਕਰਨ ਦੀ ਲੋੜ ਨਹੀਂ, ਪਰ ਇਹ ਕਿਤੇ ਵੀ ਨਹੀਂ ਕਿਹਾ ਕਿ ਜ਼ਮੀਨ ਦੇਣ ਵਾਸਤੇ ਵੀ ਨਹੀਂ। ਜੇ ਅਸੀਂ ਆਪਣੀ ਜ਼ਮੀਨ ਕਿਸੇ ਨੂੰ ਦੇਣੀ ਆ ਨਾ, ਤੇ ਜੇ ਇਹਦੇ ਲਈ ਕਨਸਟੀਟਿਊਸ਼ਨਲ ਅਮੈਂਡਮੈਂਟ ਕਰਨ ਦੀ ਨਹੀਂ ਲੋੜ, ਇਹਦਾ ਮਤਲਬ ਇਹ ਆ ਕਿ ਸਰਕਾਰ ਆਪਣੀ ਮਰਜ਼ੀ ਨਾਲ ਸਾਰਾ ਭਾਰਤ ਹੀ ਵੇਚ ਦੂਗੀ? ਨਹੀਂ ਵੇਚ ਸਕਦੀ। ਜੇ ਆਪਾਂ ਆਪਣੀ ਜ਼ਮੀਨ ਕਿਸੇ ਮਜਬੂਰੀ ਕਰਕੇ ਬੰਗਲਾਦੇਸ਼ ਨੂੰ ਦੇਣੀ ਵੀ ਆ, ਤੇ ਉਹ ਮਜਬੂਰੀ ਵੀ ਬੜੀ ਜਾਇਜ਼ ਸੀ ਯਾਰ। ਤੁਸੀਂ ਜੇ ਹਿਸਾਬ ਲਾਓ, ਤੁਸੀਂ ਮੈਨੂੰ ਪੁੱਛੋ ਕਿ ਮਜਬੂਰੀ ਕਿਉਂ ਜਾਇਜ਼ ਸੀ, ਤਾਂ ਮੈਂ ਦੱਸੂਗਾ ਆਹ ਚੀਜ਼ ਕਿ ਭਈ ਆਹ ਦੇਖੋ ਕਿ ਜਿਹੜੀ ਆਹ ਚੀਜ਼ ਆ ਬੰਗਲਾਦੇਸ਼ ਦੇ ਵਿੱਚ, ਜਿਹੜੀ ਸਾਡੀਆਂ ਗੋਲ ਟੈਰੀਟਰੀਜ਼ ਨੇ, ਜੇ ਇੰਡੀਆ 'ਚ ਉੱਥੇ ਕੋਈ ਬੰਦਾ ਬਿਮਾਰ ਹੋ ਜੇ ਤਾਂ ਇੰਡੀਆ 'ਚੋਂ ਐਂਬੂਲੈਂਸ ਉੱਥੇ ਜਾਊਗੀ, ਤੇ 2 ਜਗ੍ਹਾ ਤੇ ਤਾਂ ਵੀਜ਼ੇ ਹੀ ਲੈਣੇ ਪੈ ਜਾਣਗੇ। ਸੋ ਕਹਿਣ ਦਾ ਮਤਲਬ ਇਹ ਆ ਕਿ ਕਿੰਨੀ ਵੱਡੀ ਪ੍ਰੋਬਲਮ ਵਾਲੀ ਗੱਲ ਆ ਸਾਡੇ ਵਾਸਤੇ। ਇਸ ਕਰਕੇ ਇਹਦਾ ਹੱਲ ਤਾਂ ਕੱਢਣਾ ਪੈਣਾ ਹੀ ਸੀਗਾ। ਇੱਕੋ ਹੀ ਹੱਲ ਸੀ ਕਿ ਜਿਹੜੀਆਂ ਬੰਗਲਾਦੇਸ਼ 'ਚ ਸਾਡੀ 11,000 ਏਕੜ ਜ਼ਮੀਨ ਆ ਉਹ ਬੰਗਲਾਦੇਸ਼ ਦੇ ਨਾਂ ਲਵਾ ਦਈਏ, ਤੇ ਜਿਹੜੀ ਸਾਡੇ ਇਲਾਕੇ 'ਚ ਉਹਨਾਂ ਦੀ 7,000 ਏਕੜ ਆ ਉਹ ਸਾਡੇ ਨਾਂ ਲਵਾ ਦੇਣ। ਨੈਟ ਇੰਡੀਆ ਨੂੰ ਲੋਸ ਸੀ। ਆਪਣੇ ਉਹਨਾਂ ਦੀ ਜ਼ਮੀਨ ਖੋਹਣ ਵਾਸਤੇ ਤਾਂ ਸਾਨੂੰ ਕਨਸਟੀਟਿਊਸ਼ਨਲ ਅਮੈਂਡਮੈਂਟ ਨਹੀਂ ਕਰਨੀ ਪੈਣੀ, ਪਰ ਬਹਿਰੂਬਰੀ ਕੇਸ 1960 'ਚ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਇਹਦਾ ਮਤਲਬ ਇਹ ਕਦੀ ਨਾ ਸਮਝਿਓ ਕਿ ਜ਼ਮੀਨ ਦੇਣੀ ਵੀ ਉਵੇਂ ਹੀ ਸੌਖੀ ਆ। ਨਹੀਂ, ਜ਼ਮੀਨ ਦੇਣ ਦਾ ਮਤਲਬ ਹੁੰਦਾ ਹੈ ਲੋਕਾਂ ਨੂੰ ਪੁੱਛਣਾ, ਤੇ ਭਾਰਤ ਦੀ ਸੰਵਿਧਾਨ ਦੀ ਵਿਆਖਿਆ 'ਚ ਲਿਖਿਆ ਹੋਇਆ ਹੈ ਕਿ ਲੋਕਾਂ ਨੂੰ ਪੁੱਛਣ ਦਾ ਦੂਜਾ ਮਤਲਬ ਇਹ ਨਹੀਂਗਾ ਕਿ ਘਰ ਘਰ ਜਾ ਕੇ ਲੋਕਾਂ ਨੂੰ ਪੁੱਛੋ ਕਿ ਆਪਾਂ ਜ਼ਮੀਨ ਦੇ ਦਈਏ। ਭਾਰਤ ਦੇ ਵਿੱਚ ਲੋਕਾਂ ਨੂੰ ਪੁੱਛਣ ਦੀ ਇੰਗਲਿਸ਼ ਪਤਾ ਕੀ ਆ? ਕਨਸਟੀਟਿਊਸ਼ਨਲ ਅਮੈਂਡਮੈਂਟ। ਇਹ ਭਾਵੇਂ ਕਾਪੀ ਦੇ ਸਾਈਡ ਤੇ ਲਿਖ ਲਿਓ। ਜਿਹੜੀ ਮੈਂ ਕਹਿੰਦਾ ਹੁੰਦਾ ਨਾ ਪਾਰਲੀਮੈਂਟ ਦੀ ਸਿੰਪਲ ਮੈਜੋਰਟੀ, 50% ਲੋਕ ਪਾਰਲੀਮੈਂਟ ਦੇ ਮੰਨ ਜਾਣ ਤਾਂ ਬਹੁਤ ਆ ਕੰਮ, ਉਹਦੇ ਨਾਲ ਹੀ ਬਿੱਲ ਬਣ ਜਾਂਦੇ ਆ, ਉਹਨੂੰ ਕਹਿੰਦੇ ਆ ਪਾਰਲੀਮੈਂਟ ਦੀ ਮਨਜ਼ੂਰੀ। ਪਾਰਲੀਮੈਂਟ ਦੀ ਮਨਜ਼ੂਰੀ ਦੀ ਇੰਗਲਿਸ਼ ਹੁੰਦੀ ਆ ਸਿੰਪਲ ਮੈਜੋਰਟੀ ਨਾਲ ਬਿੱਲ ਪਾਸ ਕਰਾਉਣਾ। ਤੇ ਲੋਕਾਂ ਨੂੰ ਪੁੱਛਣ ਦਾ ਮਤਲਬ ਹੁੰਦਾ ਹੈ ਸੰਵਿਧਾਨਕ ਸੋਧ, ਕਨਸਟੀਟਿਊਸ਼ਨਲ ਅਮੈਂਡਮੈਂਟ। ਇਹਦਾ ਮਤਲਬ ਸਾਨੂੰ ਉਹ ਜਿਹੜੀ 11,000 ਏਕੜ ਜ਼ਮੀਨ ਦੇਣੀ ਸੀ ਨਾ, ਉਹਦੇ ਵਾਸਤੇ ਸਾਨੂੰ ਕੀ ਕਰਨੀ ਪਈ? ਕਨਸਟੀਟਿਊਸ਼ਨਲ ਅਮੈਂਡਮੈਂਟ ਕਰਨੀ ਪਈ। ਉਮੀਦ ਕਰਦਾ ਕਿ ਇਹ ਗੱਲ ਚੰਗੀ ਤਰ੍ਹਾਂ ਸਮਝ ਆ ਗਈ ਹੋਊਗੀ। ਉਸ ਤੋਂ ਬਾਅਦ ਦੇਸ਼ ਦੀ ਟੈਰੀਟਰੀ ਖੋਏ ਜਾਣ, ਸਿਟੀਜ਼ਨਸ਼ਿਪ ਖੋਏ ਜਾਣ ਦੇ ਕਿੰਨੇ ਤਰੀਕੇ ਆ? ਰਿਨੰਸੀਏਸ਼ਨ, ਟਰਮੀਨੇਸ਼ਨ ਤੇ ਡੈਪਰੀਵੇਸ਼ਨ। ਵਟ ਇਜ਼ ਰਿਨੰਸੀਏਸ਼ਨ? ਰਿਨੰਸੀਏਸ਼ਨ ਦਾ ਮਤਲਬ ਸਿਰਫ ਇੰਨਾ ਕੁ ਹੁੰਦਾ ਹੈ ਕਿ ਜੀ ਜਦੋਂ ਇੱਕ ਬੰਦਾ ਆਪਣੀ ਫੁੱਲ ਕੈਪੈਸਿਟੀ 'ਚ ਡਿਕਲੇਅਰ ਕਰ ਦੇ ਕਿ ਮੈਂ ਨਹੀਂ ਰਹਿਣਾ। ਇੰਡੀਆ ਦਾ ਇੱਕ ਬੜਾ ਤਗੜਾ ਪੇਂਟਰ ਸੀਗਾ ਜਿਹਦਾ ਨਾਮ ਸੀਗਾ MF ਹੁਸੈਨ। ਉਹਨੇ ਇਹ ਕਹਿਤਾ ਸੀ ਕਿ ਮੈਂ ਇੰਡੀਆ 'ਚ ਰਹਿਣਾ ਹੀ ਨਹੀਂ। ਉਹਨੂੰ ਅਗਲੇ ਦੇਸ਼ ਨੇ, ਕਿਸੇ ਨੇ ਹਜੇ ਕੁਝ ਨਹੀਂ ਕਿਹਾ, ਉਹਨੇ ਆਪ ਹੀ ਡਿਕਲੇਅਰ ਕਰਤਾ ਕਿ ਮੈਂ ਇੰਡੀਆ 'ਚ ਨਹੀਂ ਰਹਿਣਾ। ਨਾਲ ਦੀ ਨਾਲ ਉਹਨੂੰ ਕਤਰ ਨੇ ਸਿਟੀਜ਼ਨਸ਼ਿਪ ਦੇਤੀ ਸੀ। ਇਸ ਤਰੀਕੇ ਨਾਲ ਨਾਗਰਿਕਤਾ ਨੂੰ ਛੱਡਣਾ ਹੁੰਦਾ ਹੈ ਰਿਨੰਸੀਏਸ਼ਨ। ਦੂਜੀ ਗੱਲ ਆ, ਜਿਹੜੇ ਆਪਣੇ ਵਾਲੇ ਕੈਨੇਡਾ ਜਾਂਦੇ ਆ, ਪਹਿਲਾਂ TR ਮਿਲਦੀ ਆ, ਫਿਰ PR ਮਿਲਦੀ ਆ। PR ਤੋਂ ਬਾਅਦ ਉੱਥੋਂ ਦੇ ਹੁੰਦੇ ਆ ਨਾਗਰਿਕ। ਉਹ ਜਿੱਦਣ ਉਹ ਕੈਨੇਡਾ ਦੇ ਨਾਗਰਿਕ ਬਣ ਜਾਣ, ਇੰਡੀਆ ਦੀ ਪਾਸਪੋਰਟ ਆਪਣੇ ਆਪ ਇੰਡੀਆ ਦੀ ਅੰਬੈਸੀ 'ਚ ਜਮ੍ਹਾਂ ਕਰਾਉਂਦੇ ਆ। ਮਤਲਬ ਪਹਿਲਾਂ ਦੂਜੇ ਦੇਸ਼ ਦੀ ਨਾਗਰਿਕਤਾ ਲਈ ਤੇ ਨਾਲ ਦੀ ਨਾਲ ਇੰਡੀਆ ਦੀ ਨਾਗਰਿਕਤਾ ਮੁੱਕ ਗਈ। ਦਿਸ ਇਜ਼ ਕਾਲਡ ਟਰਮੀਨੇਸ਼ਨ। ਤੀਜਾ ਤਰੀਕਾ ਕੀ ਹੁੰਦਾ? ਡੈਪਰੀਵੇਸ਼ਨ। ਜੇ ਮੰਨ ਲਓ ਤੁਹਾਨੂੰ ਇੰਡੀਆ ਦੇ ਵਿੱਚ ਕਿਸੇ ਗਲਤ ਕੰਮ ਕਰਕੇ ਤੁਹਾਡੀ ਨਾਗਰਿਕਤਾ ਬਰਖਾਸਤ ਕਰ ਦਿੱਤੀ ਗਈ ਆ, ਇਹ ਤੀਜੇ ਤਰੀਕੇ ਨਾਲ ਤੁਹਾਡੀ ਨਾਗਰਿਕਤਾ ਖੋਏ ਜਾਣ ਦਾ ਤਰੀਕਾ ਹੈ। ਦਿਸ ਇਜ਼ ਕਾਲਡ ਡੈਪਰੀਵੇਸ਼ਨ। ਇਹ ਤਾਂ ਗੱਲ ਸਮਝ ਆ ਗਈ। ਆਹ ਮੈਂ ਪਹਿਲਾਂ ਹੀ ਸਮਝਾਈ ਹੋਈ ਹੈ ਕਿ ਇੰਡੀਆ ਦਾ ਆਰਟੀਕਲ 9 ਸਿੰਗਲ ਸਿਟੀਜ਼ਨਸ਼ਿਪ ਕੀ ਹੈ। ਹੁਣ ਕੁੰਡੀ ਰਹਿ ਗਈ ਅੱਗੇ ਕੁਝ ਗੱਲਾਂ ਤੇ। ਇੰਡੀਆ ਦੇ ਵਿੱਚ 2 ਪ੍ਰਕਾਰ ਦੇ ਲੋਕ ਨੇ ਹੁਣ ਫਿਲਹਾਲ ਦੀ ਘੜੀ। ਇੱਕ ਇੰਡੀਆ 'ਚ ਕਾਰਡ ਬਣਦੇ ਆ PIO ਕਾਰਡ, ਪਰਸਨ ਆਫ ਇੰਡੀਅਨ ਓਰੀਜਨ। ਇੱਕ ਇੰਡੀਆ 'ਚ ਕਾਰਡ ਬਣਦੇ ਆ OCI ਕਾਰਡ, ਓਰੀਜਨ ਆਫ ਓਵਰਸੀਜ਼ ਸਿਟੀਜ਼ਨ ਆਫ ਇੰਡੀਆ। ਦੇਖੋ ਇੱਕ ਗੱਲ ਤਾਂ ਕਲੀਅਰ ਆ, ਇਹ ਕਾਰਡ ਕੂਡ ਬਣਦੇ ਕਿਉਂ ਆ? ਇਹ ਲੋਕ ਹੁੰਦੇ ਕੌਣ ਨੇ? ਦੇਖੋ ਇੱਕ ਬੰਦਾ ਇੰਡੀਆ ਦਾ ਨਾਗਰਿਕ ਆ, ਉਹ ਕੈਨੇਡਾ ਚਲੇ ਗਿਆ ਵੀ ਉੱਤੇ ਪੈਸੇ ਕਮਾਉਣ, ਸਟੱਡੀ ਵੀਜ਼ੇ ਤੇ। ਜਦੋਂ ਕੈਨੇਡਾ ਗਿਆ, ਅਸਲ 'ਚ ਕੈਨੇਡਾ ਦਾ ਨਾਗਰਿਕ ਥੋੜਾ ਹੈ, ਨਾਗਰਿਕ ਤਾਂ ਭਾਰਤ ਦਾ ਹੀ ਆ, ਪਾਸਪੋਰਟ ਤਾਂ ਉਹਦੇ ਕੋਲ ਇੰਡੀਆ ਵਾਲਾ ਹੀ ਆ। ਉਹ ਬਾਹਰ ਜਾ ਕੇ NRI ਆ। NRI ਨੌਨ ਰੈਜ਼ੀਡੈਂਟ ਇੰਡੀਅਨ, ਜਿਹੜੇ ਇੰਡੀਆ 'ਚ ਨਹੀਂ ਰਹਿ ਰਹੇ ਬਟ ਸਿਟੀਜ਼ਨ ਉਹ ਇੰਡੀਆ ਦੇ ਹੀ ਹੁੰਦੇ ਆ। ਉਹ ਇੰਡੀਆ 'ਚ ਆ ਕੇ ਵੋਟ ਵੀ ਪਾ ਸਕਦੇ ਆ, ਕਿਉਂਕਿ ਵੋਟ ਪਾਉਣ ਵਾਸਤੇ ਨਾਗਰਿਕ ਹੋਣਾ ਜ਼ਰੂਰੀ ਆ, ਤੇ ਨਾਗਰਿਕਤਾ ਦੀ ਪਹਿਚਾਣ ਆ ਕਿ ਤੁਹਾਡੇ ਕੋਲ ਇੰਡੀਅਨ ਪਾਸਪੋਰਟ ਹੈਗਾ ਹੈ। ਵਨ ਆਫ ਦੀ ਪਹਿਚਾਣ, ਪੂਰੀ ਕੰਪਲੀਟ ਪਹਿਚਾਣ ਦੀ ਹਜੇ ਤੱਕ ਵੀ ਇੰਡੀਆ 'ਚ ਸਿਟੀਜ਼ਨਸ਼ਿਪ ਦੀ ਬਹਿਸ ਹੈਗੀ ਆ। ਠੀਕ ਆ ਜੀ, ਤਾਂ ਇਹ ਕੁਝ ਨਹੀਂ ਕਹਿ ਸਕਦੇ ਕਿ ਜਿਹਦੇ ਕੋਲ ਪਾਸਪੋਰਟ ਨਹੀਂ, ਇੰਡੀਆ ਦਾ ਨਾਗਰਿਕ ਨਹੀਂ, ਫਿਰ ਤਾਂ ਬੜੇ ਨਿਕਲ ਆਉਣਗੇ। ਖੈਰ ਅੱਗੇ ਆ ਜਾਓ ਜੀ।
ਅਗਲੀ ਗੱਲ ਇਹ ਹੈ ਜੀ, ਸਾਡੇ ਦੇਸ਼ 'ਚ ਜਿਹੜੀ ਬੜੀ ਖਾਸ ਆ ਕਿ ਅਸੀਂ ਚਾਹੁੰਦੇ ਸੀ ਕਿ ਜਿਹੜੇ ਲੋਕ ਇੰਡੀਆ ਦੇ ਰੈਜ਼ੀਡੈਂਟ ਨੇ ਉਹਨਾਂ ਨੂੰ ਤਾਂ ਅਸੀਂ ਫੁੱਲ ਸਹੂਲਤਾਂ ਦਿੰਨੇ ਆ, ਬਟ ਜਿਹੜੇ ਲੋਕ NRIs ਤੋਂ ਬਾਅਦ ਹੌਲੀ ਹੌਲੀ ਕੈਨੇਡਾ ਦੀ ਨਾਗਰਿਕਤਾ ਲੈ ਲਈ, ਉਹਨਾਂ ਕੋਲ ਹੁਣ ਕਾਰਡ ਕਿੱਥੋਂ ਦਾ ਆ ਗਿਆ, ਉਹ ਪਾਸਪੋਰਟ ਕਿੱਥੋਂ ਦਾ ਆ ਗਿਆ, ਕੈਨੇਡਾ ਦਾ। ਪਰ ਉਹਨਾਂ ਦੇ ਦਿਲ ਫਿਰ ਵੀ ਇੰਡੀਅਨ ਆ। ਉਹ ਇੰਡੀਆ ਆਉਣਗੇ ਵੀ, ਇੰਡੀਅਨਸ ਦੇ ਵਿੱਚ ਖਰਚਾ ਵੀ ਕਰਨਗੇ, ਕੋਠੀਆਂ ਵੀ ਪਾਉਣਗੇ, ਇੰਡੀਆ ਦੀ ਵਿੱਚ ਇੰਡੀਆ ਦੀ ਤਰੱਕੀ 'ਚ ਕੰਟਰੀਬਿਊਟ ਵੀ ਕਰਨਗੇ। ਕਿਉਂ ਨਾ ਉਹਨਾਂ ਨੂੰ ਇੰਡੀਆ 'ਚ, ਉਹਨਾਂ ਦਾ ਇੰਡੀਆ ਨਾਲ ਲਗਾਵ ਹੀ ਆ ਤੇ ਉਹ ਟੁੱਟ ਨਾ ਜਾਵੇ ਤੇ ਇੰਡੀਆ 'ਚ ਆਉਣ ਵਾਲਾ ਪੈਸਾ ਰੁਕ ਨਾ ਜਾਵੇ। ਇਸ ਕਰਕੇ ਕਿਉਂ ਨਾ ਉਹਨਾਂ ਨੂੰ ਇੱਕ ਕਾਰਡ ਬਣਾ ਦਈਏ, ਓਵਰਸੀਜ਼ ਸਿਟੀਜ਼ਨ ਆਫ ਇੰਡੀਆ, ਜਿਹਦੇ ਤੋਂ ਉਹਨਾਂ ਨੂੰ ਕਹਿ ਦਈਏ ਕਿ ਤੁਸੀਂ ਲਾਈਫ ਲੌਂਗ ਜਦੋਂ ਮਰਜ਼ੀ ਆਓ, ਵੀਜ਼ਾ ਤੁਹਾਨੂੰ ਮਿਲਿਆ ਹੋਇਆ, ਕੋਈ ਟੈਨਸ਼ਨ ਵਾਲੀ ਗੱਲ ਨਹੀਂ, ਇੰਡੀਆ ਦਾ ਵੀਜ਼ਾ ਲੈਣ ਦੀ ਲੋੜ ਹੀ ਨਹੀਂ, ਪਰਵਾਹ ਹੀ ਨਾ ਮੰਨਿਓ। ਠੀਕ ਆ, ਤੁਸੀਂ ਇੱਥੇ NRIs ਵਾਂਗ ਜ਼ਮੀਨਾਂ ਖਰੀਦ ਸਕਦੇ ਹੋ, ਸਾਰਾ ਕੁਝ, ਪਰ ਜ਼ਮੀਨਾਂ ਨਹੀਂ ਖਰੀਦ ਸਕਦੇ। ਠੀਕ ਆ, ਤੁਸੀਂ ਬਸ ਵੋਟਾਂ ਨਹੀਂ ਪਾ ਸਕਦੇ, ਬਾਕੀ ਤੁਹਾਡੇ ਕੋਲ ਬਹੁਤ ਸਾਰੇ ਅਧਿਕਾਰ ਅਸੀਂ ਤੁਹਾਨੂੰ ਦੇ ਦਾਂਗੇ। ਇਹ ਹੋ ਗਿਆ OCI। ਇਹ ਕਨਸੈਪਟ ਅਸੀਂ 2003 ਤੋਂ ਸ਼ੁਰੂ ਕੀਤਾ ਸੀਗਾ। ਉਸ ਤੋਂ ਪਹਿਲਾਂ ਕੀ ਚੱਕਰ ਸੀਗਾ? ਉਸ ਤੋਂ ਪਹਿਲਾਂ ਚੱਕਰ ਇਹ ਸੀ, ਅਸੀਂ ਜਿਹੜੇ ਕਾਰਡ ਬਣਾਉਂਦੇ ਸੀ ਉਹਨਾਂ ਨੂੰ ਕਹਿੰਦੇ ਸੀ PIO ਕਾਰਡ, ਪਰਸਨ ਆਫ ਇੰਡੀਅਨ ਓਰੀਜਨ। ਉਹਦੇ 'ਚ ਅਸੀਂ ਕੀ ਕਰਦੇ ਸੀ, ਇੰਨੀਆਂ ਸਹੂਲਤਾਂ ਨਹੀਂ ਸੀਗੀਆਂ। ਠੀਕ ਆ, ਉਹ ਵੀ ਲੋਕ ਇੰਡੀਆ 'ਚ ਆ ਸਕਦੇ ਸੀਗੇ, ਠੀਕ ਆ, ਵੀਜ਼ਾ ਉਹਨਾਂ ਨੂੰ ਮਿਲ ਜਾਂਦਾ ਸੀਗਾ, ਬਟ ਉਹਨਾਂ ਨੂੰ 6 ਮਹੀਨੇ ਬਾਅਦ ਪੁਲਿਸ ਥਾਣੇ ਜਾ ਕੇ ਕਰਾਉਣਾ ਪੈਂਦਾ ਸੀ ਜੇ ਉਹ ਲਗਾਤਾਰ ਇੰਡੀਆ 'ਚ ਰਹਿ ਰਹੇ ਸੀ। ਠੀਕ ਆ ਜੀ। ਤਾਂ ਹੁਣ ਪਰਸਨ ਆਫ ਇੰਡੀਅਨ ਓਰੀਜਨ ਜਿਹੜੇ ਸੀ ਉਹ 2003 ਤੋਂ ਪਹਿਲਾਂ ਵਾਲੇ ਕਾਰਡ ਸੀਗੇ। ਠੀਕ ਆ, ਤੇ 2003 ਤੋਂ ਬਾਅਦ ਵੀ ਬੜੇ ਲੋਕਾਂ ਦੇ ਅਸੀਂ ਉਹ PIO ਕਾਰਡ ਬਣਾਈ ਗਏ। OCI ਕਾਰਡ ਉਹਨਾਂ ਲੋਕਾਂ ਦੇ ਬਣਦੇ ਸੀਗੇ ਜਿਹੜੇ ਇੰਡੀਆ 'ਚੋਂ ਬਾਹਰ ਗਏ ਆ, ਤੇ PIO ਕਾਰਡ ਉਹਨਾਂ ਦੇ ਬਣਦੇ ਸੀਗੇ ਜਿਹੜੇ ਲੋਕ ਜਿਹੜੇ ਆ ਅਨਡਿਵਾਈਡਡ ਇੰਡੀਆ 'ਚੋਂ ਬਾਹਰ ਗਏ ਆ, ਜਿਸ 'ਚ ਪਾਕਿਸਤਾਨ, ਬੰਗਲਾਦੇਸ਼ੀ ਵੀ ਆ ਜਾਂਦੇ ਸੀਗੇ, ਜਿਨ੍ਹਾਂ ਦੇ ਪੂਰਵਜ ਉੱਥੋਂ ਸੀਗੇ। ਉਹ ਲੋਕ ਜਿਹੜੇ ਸੀਗੇ ਜਿਨ੍ਹਾਂ ਦੇ ਬਜ਼ੁਰਗ ਪਾਕਿਸਤਾਨ 'ਚੋਂ ਉੱਥੇ ਬਾਹਰ ਗਏ ਸੀਗੇ ਤੇ ਉਹ ਹੁਣ ਇੰਡੀਆ ਨਾਲ ਆਪਣਾ ਲਗਾਵ ਰੱਖਣਾ ਚਾਹੁੰਦੇ ਆ। ਠੀਕ ਆ, ਜਿਵੇਂ ਇੱਕ ਪਾਕਿਸਤਾਨ ਦਾ ਹਿੰਦੂ ਪਰਿਵਾਰ 1946 'ਚ ਹੀ ਬਾਹਰ ਚਲੇ ਗਿਆ। ਠੀਕ ਆ ਜੀ, ਪਰ ਉਹਦਾ ਹੁਣ ਕਿਹੜਾ ਕਾਰਡ ਬਣੂਗਾ ਭਲਾ? PIO ਕਾਰਡ। ਉਹਦਾ OCI ਕਾਰਡ ਨਹੀਂ ਸੀ ਬਣ ਸਕਦਾ। ਠੀਕ ਆ, ਕਿਉਂਕਿ OCI ਕਾਰਡ ਉਹਨਾਂ ਲੋਕਾਂ ਦਾ ਤੇ ਬਣਦਾ ਹੀ ਨਹੀਂ ਸੀਗਾ ਜਿਹੜੇ ਲੋਕ ਵਿਚਾਰੇ ਅਨਡਿਵਾਈਡਡ ਇੰਡੀਆ ਦੇ ਉਸ ਹਿੱਸੇ 'ਚੋਂ ਗਏ ਸੀ ਜਿਹੜਾ ਇੰਡੀਆ ਨਹੀਂ ਗਾ, ਜਿਹੜੇ ਪਾਕਿਸਤਾਨ ਤੇ ਬੰਗਲਾਦੇਸ਼ 'ਚੋਂ ਬਾਹਰ ਗਏ ਆ, ਉਹਨਾਂ ਦੇ ਬਣਾਉਂਦੇ ਸੀ PIO ਕਾਰਡ। ਉੱਥੇ ਸਹੂਲਤਾਂ ਵੀ ਘੱਟ ਸੀ। 2015 'ਚ ਭਾਰਤ ਸਰਕਾਰ ਨੇ ਅੱਕ ਕੇ ਫਿਰ ਇਹ ਗੱਲ ਕਹੀ ਕਿ ਅਸੀਂ ਇਦਾਂ ਕਰਦੇ ਹਾਂ, ਜਿਹੜਾ ਬੰਦਾ ਸਾਡੇ ਦੇਸ਼ ਨਾਲ ਲਗਾਵ ਰੱਖਣਾ ਚਾਹੁੰਦਾ ਹੈ, ਉਹ ਚਾਹੇ ਅਨਡਿਵਾਈਡਡ ਇੰਡੀਆ ਦੇ ਪਾਕਿਸਤਾਨ ਵਾਲੇ ਪਾਸਿਓਂ ਬਾਹਰ ਗਿਆ ਹੈ, ਚਾਹੇ ਇੰਡੀਆ ਵਾਲੇ ਪਾਸਿਓਂ ਗਿਆ ਹੈ, ਚਾਹੇ ਪਹਿਲਾਂ ਗਿਆ ਹੈ, ਚਾਹੇ ਬਾਅਦ 'ਚ ਗਿਆ ਹੈ, ਅਸੀਂ PIO ਤੇ OCI ਕਾਰਡ ਨੂੰ ਮਰਜ ਕਰਕੇ ਉਹਦਾ ਨਾਮ ਰੱਖ ਰਹੇ ਹਾਂ OCI ਕਾਰਡ। ਤੇ ਸਭ ਨੂੰ ਇੱਕ ਬਰਾਬਰ ਸਹੂਲਤਾਂ। ਹੁਣ 6 ਮਹੀਨੇ ਬਾਅਦ ਥਾਣੇ ਜਾ ਕੇ ਤੁਹਾਨੂੰ ਵੀ ਦਿਖਾਉਣ ਦੀ ਲੋੜ ਨਹੀਂ। ਮੁੱਕਦੀ ਗੱਲ ਆ, ਤੁਹਾਨੂੰ ਇਹਦੇ 'ਚੋਂ ਡਿਟੇਲ ਪੜ੍ਹਨ ਦੀ ਲੋੜ ਨਹੀਂ, ਬਸ ਤੁਸੀਂ ਇਹ ਦੇਖਿਓ ਕਿ ਬੈਨੀਫਿਟ ਕੀ ਸੀਗੇ। ਵੈਸੇ ਵੀ ਇਹ ਕੰਮ ਦੀ ਗੱਲ ਇੰਨੀ ਹੈ ਨਹੀਂ। ਹਾਂ, ਜੋ ਕੰਮ ਦੀ ਗੱਲ ਸੀਗੀ ਉਹ ਤੁਹਾਨੂੰ ਮੈਂ ਦੱਸਦੀ, ਕੰਸੈਪਟ ਤੁਹਾਨੂੰ ਮੈਂ ਦੱਸਦਾ ਕਿ OCI ਤੇ PIO 'ਚ ਕੀ ਫਰਕ ਸੀਗਾ। ਹੁਣ ਮੈਂ ਗੱਲ ਕਰਨਾ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ 2019 ਦੀ, ਕਿ ਇਹਦੇ 'ਚ ਕੀ ਕਿਹਾ ਗਿਆ। ਯਾਦ ਕਰੋ ਨੈਚੁਰਲਾਈਜੇਸ਼ਨ, ਜਿਹਦੇ 'ਚ ਇਹ ਕਿਹਾ ਗਿਆ ਸੀ ਕਿ ਤੁਹਾਨੂੰ 11 ਸਾਲ ਇੰਡੀਆ 'ਚ ਰਹਿਣਾ ਪੈਣਾ ਹੈ। ਪਰ ਹੁਣ ਇਸ ਐਕਟ ਨੂੰ ਬਦਲ ਦਿੱਤਾ ਗਿਆ ਹੈ। ਕਿਹਾ ਗਿਆ, ਇੱਕ ਕੁੰਡੀ ਪਾਤੀ ਹੈ, ਜਿਹੜੇ ਲੋਕ ਹਿੰਦੂ, ਸਿੱਖ, ਬੁੱਧ, ਜੈਨ, ਪਾਰਸੀ ਤੇ ਕ੍ਰਿਸਚਨ ਨੇ ਤੇ ਉਹ ਇਲੀਗਲ ਤਰੀਕੇ ਨਾਲ ਅਫਗਾਨਿਸਤਾਨ, ਪਾਕਿਸਤਾਨ ਤੇ ਬੰਗਲਾਦੇਸ਼ 'ਚੋਂ ਆਏ ਨੇ, ਉਹਨਾਂ ਨੂੰ ਇੱਥੇ ਇੰਡੀਆ 'ਚ 6 ਸਾਲ 11 ਸਾਲ ਰਹਿਣ ਦੀ ਲੋੜ ਨਹੀਂ, ਉਹਨਾਂ ਦਾ 5 ਸਾਲ ਰਹਿ ਕੇ ਵੀ ਕੰਮ ਚੱਲ ਜੂਗਾ। ਆਹ ਚੱਕੋ ਜੀ, ਮਤਲਬ ਕਿੱਡਾ ਸੌਖਾ ਕਰਤਾ। ਪਰ ਇਹ ਸਹੂਲਤ ਸਿਰਫ 6 ਧਰਮਾਂ ਨੂੰ ਦਿੱਤੀ ਗਈ ਹੈ ਤੇ 3 ਦੇਸ਼ਾਂ ਤੋਂ ਆਉਣ ਵਾਲਿਆਂ ਨੂੰ। ਬਾਕੀ ਦੇਸ਼ਾਂ ਤੋਂ ਪ੍ਰਤਾੜਿਤ ਲੋਕ ਸਾਡੇ ਦੇਸ਼ 'ਚ ਆਉਂਦੇ ਨਹੀਂ। ਦੂਜੀ ਗੱਲ ਕਿ ਸਿਰਫ ਪ੍ਰਤਾੜਨਾ ਧਰਮ ਦੇ ਆਧਾਰ ਤੇ ਹੀ ਹੁੰਦੀ ਹੈ। ਤੇ ਤੀਜੀ ਗੱਲ, ਜੇ ਐਡੀ ਵੀ ਗੱਲ ਸੀ ਤੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਧਾਰਮਿਕ ਪ੍ਰਤਾੜਨਾ, ਠੀਕ ਆ, ਐਵੇਂ ਦੇ ਸ਼ਬਦ ਬੋਲੇ ਗਏ। ਤੁਹਾਨੂੰ ਪਤਾ ਐਡਾ ਨਲਾਇਕੀ ਵਾਲਾ ਕੰਮ ਸੀਗਾ। ਕਦੀ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ 2019 ਖੋਲ ਕੇ ਸਰਕਾਰ ਦੀ ਸਾਈਟ ਤੋਂ ਪੜ੍ਹ ਕੇ ਦੇਖਿਓ, ਕਿਤੇ ਵੀ ਇਹ ਸ਼ਬਦ ਹੈ ਹੀ ਨਹੀਂ, ਧਾਰਮਿਕ ਪ੍ਰਤਾੜਨਾ। ਸਿਰਫ ਇਹ ਲਿਖਿਆ ਗਿਆ ਹੈ ਕਿ ਜਿਹੜੇ ਲੋਕ ਹਿੰਦੂ, ਸਿੱਖ, ਬੋਧੀ, ਜੈਨੀ, ਪਾਰਸੀ ਤੇ ਕ੍ਰਿਸਚਨ ਨੇ, ਉਹ ਬੰਗਲਾਦੇਸ਼, ਅਫਗਾਨਿਸਤਾਨ ਤੇ ਪਾਕਿਸਤਾਨ ਤੋਂ ਆਏ ਆ, ਉਹਨਾਂ ਨੂੰ ਇੰਡੀਆ 'ਚ ਸਿਰਫ 11 ਸਾਲ ਰਹਿ ਕੇ ਨੈਚੁਰਲਾਈਜੇਸ਼ਨ ਦੇ ਆਧਾਰ ਤੇ ਨਾਗਰਿਕਤਾ ਅਪਲਾਈ ਕਰਨ ਦੀ ਲੋੜ ਨਹੀਂ ਗੀ। ਉਹ ਸਿੱਧੀ ਅਪਲਾਈ ਕਰ ਸਕਦੇ ਆ। ਕਿੰਨੇ ਸਾਲ ਬਾਅਦ? 5 ਸਾਲ ਬਾਅਦ। ਤਾਂ ਇਹਦੇ ਨਾਲ ਕੀ ਆ, ਇਹਦੇ ਨਾਲ ਇਹ ਨਹੀਂਗਾ ਕਿ ਇੰਡੀਆ 'ਚ ਰਹਿਣ ਵਾਲੇ ਕਿਸੇ ਮੁਸਲਮਾਨ ਨੂੰ ਖਤਰਾ ਕੀਤਾ ਗਿਆ ਸੀਗਾ। ਹਾਂ, ਉਹ ਵੀ ਦੱਸੂਗਾ ਕਿਵੇਂ, ਪਰ ਇਹਦੇ 'ਚ ਇੱਕ ਗੱਲ ਜ਼ਰੂਰ ਆ, ਬਾਹਰੋਂ ਆਉਣ ਵਾਲੇ ਹਿੰਦੂਆਂ, ਸਿੱਖਾਂ, ਮੁਸਲਮਾਨਾਂ 'ਚ ਫਰਕ ਰੱਖਿਆ ਗਿਆ ਕਿ ਹਿੰਦੂ, ਸਿੱਖ, ਜੈਨ, ਬੁੱਧ ਇੱਕ ਤੇ ਮੁਸਲਮਾਨ ਇੱਕ। ਸੋ ਇਹ ਬੜੀ ਮਾੜੀ ਗੱਲ ਆ ਉਸ ਦੇਸ਼ ਵਾਸਤੇ ਜਿਹੜਾ ਦੇਸ਼ ਆਪਣੇ ਆਪ 'ਚ ਧਰਮ ਨਿਰਪੱਖ ਆ, ਜਿਹੜਾ ਦੇਸ਼ ਆਪਣੇ ਆਪ ਨੂੰ ਧਰਮ ਨਿਰਪੱਖ ਮੰਨਦਾ ਹੈ। ਠੀਕ ਆ ਜੀ। ਇਹ ਦੇਸ਼ ਨੇ ਇਹੀ ਦੇਸ਼ ਆ ਜਿਹਨੇ ਜਦੋਂ ਪਾਰਸੀਆਂ ਤੇ ਅਤਿਆਚਾਰ ਹੋਏ ਸੀ ਨਾ ਉੱਥੇ ਈਰਾਨ 'ਚ, ਤਾਂ ਇਹ ਇਹਨਾਂ ਨੇ ਪਨਾਹ ਦਿੱਤੀ ਸੀ। ਯਹੂਦੀਆਂ ਨੂੰ ਅਸੀਂ ਪਨਾਹ ਦਿੱਤੀ ਸੀ, ਮੁਸਲਮਾਨਾਂ ਨੂੰ ਅਸੀਂ ਪਨਾਹ ਦਿੱਤੀ। ਉਹ ਇਹੀ ਦੇਸ਼ ਆ ਜਦੋਂ ਆਰੀਅਨਸ, ਜਿਨ੍ਹਾਂ ਨੇ ਅੱਗੇ ਜਾ ਕੇ ਹਿੰਦੂ ਧਰਮ ਬਣਾਇਆ, ਉਹ ਉਹਨਾਂ ਨੂੰ ਵੀ ਇਸੇ ਦੇਸ਼ ਦੇ ਪੁਰਾਣੇ ਬਸ਼ਿੰਦਿਆਂ ਨੇ, ਨੌਨ ਆਰੀਅਨਸ ਨੇ ਹੀ ਪਨਾਹ ਦਿੱਤੀ ਸੀ। ਉਹ ਇਹ ਦੇਸ਼ ਤਾਂ ਹਿੰਦੂਆਂ ਤੋਂ ਲੈ ਕੇ ਸਿੱਖਾਂ ਤੱਕ
ਸਾਰਿਆਂ ਨੂੰ ਪਨਾਹ ਦਿੰਦਾ ਰਿਹਾ ਏ। ਇਹਦੇ 'ਚ ਕੋਈ ਵੀ ਇੱਥੋਂ ਦਾ ਲੋਕਲ ਹੈ ਹੀ ਨਹੀਂ ਗਾ। ਇੰਡੀਆ ਦੇ ਲੋਕਲ ਜਿਹੜੇ ਲੋਕ ਨੇ ਨਾ, ਜਿਹੜੇ ਇੰਡੀਆ ਦੇ ਓਰੀਜਨਲਸ ਨੇ, ਉਹ ਤਾਂ ਇੰਡੀਆ ਦੇ ਸਾਊਥ ਇੰਡੀਆ 'ਚ ਵੱਸਦੇ ਆ। ਸੋ ਮਤਲਬ ਸਿੰਪਲ ਜੀ ਗੱਲ ਆ, ਬੜਾ ਧੱਕਾ ਏ ਸੀ। ਹੁਣ ਤੁਸੀਂ ਕਹੋਗੇ ਕਿ ਇਹ ਐਕਟ ਕਿੱਥੇ ਕਿੱਥੇ ਲਾਗੂ ਨਹੀਂ ਗਾ। ਇਹ ਐਕਟ ਮੇਘਾਲਿਆ, ਅਸਾਮ, ਮਿਜ਼ੋਰਮ ਤੇ ਤ੍ਰਿਪੁਰਾ 'ਚ ਨਹੀਂ ਲਾਗੂ। ਠੀਕ ਆ, ਕਿਉਂ? ਅਸਲ 'ਚ ਉੱਥੋਂ ਦੀ ਜਿਹੜੀ ਟਰਾਈਬਸ ਨੇ ਨਾ, ਉਹਨਾਂ ਟਰਾਈਬਲਸ ਕੋਲ ਧਰਮ ਧੁਰਮ ਦਾ ਕੋਈ ਕਿੱਸਾ ਹੀ ਨਹੀਂ ਹੈਗਾ, ਇਸ ਕਰਕੇ ਉੱਥੇ ਇਹ ਕਾਨੂੰਨ ਬਿਲਕੁਲ ਨਹੀਂ ਲਾਗੂ ਹੈਗਾ। ਠੀਕ ਆ, ਤਾਂ ਕਹਿਣ ਦਾ ਮਤਲਬ ਇਹ ਆ ਕਿ ਇਹ ਕਾਨੂੰਨ ਨਹੀਂ ਲਾਗੂ ਇਨਰ ਲਾਈਨ ਪਰਮਿਟ 'ਚ। ਇਨਰ ਲਾਈਨ ਪਰਮਿਟ ਬੰਗਾਲ ਦਾ ਉਹ ਇਲਾਕਾ ਏ, ਅੰਦਰਲਾ ਬੰਗਾਲ ਦਾ ਨਹੀਂ, ਬੇਸਿਕਲੀ ਅਸਾਮ ਦਾ। ਅਸਾਮ ਦਾ ਅੰਦਰਲਾ ਉਹ ਇਲਾਕਾ ਏ ਜਿੱਥੇ ਇੱਕ ਲਕੀਰ ਖਿੱਚੀ ਹੋਈ ਆ, ਤੇ ਉੱਥੋਂ ਦੇ ਅੰਦਰ ਦੇ ਲੋਕਾਂ ਦੀ ਭਾਰਤ ਸਰਕਾਰ ਨਾਗਰਿਕਤਾ ਹੀ ਨਹੀਂ ਪੁੱਛਦੀ, ਕਿਉਂਕਿ ਉਹ ਟਰਾਈਬਲਸ ਨੇ, ਉਹਨਾਂ ਕੋਲ ਕੁਛ ਨਹੀਂ ਹੈਗਾ। ਉਸ ਇਨਰ ਲਾਈਨ ਪਰਮਿਟ ਦੇ ਅੰਦਰ ਤੇ ਅਸਾਮ, ਮੇਘਾਲਿਆ, ਮਿਜ਼ੋਰਮ ਤੇ ਤ੍ਰਿਪੁਰਾ ਦੇ ਅੰਦਰ, ਇਹਨਾਂ 4 ਸਟੇਟਾਂ ਦੇ ਵਿੱਚ ਬਿਲਕੁਲ ਵੀ ਇਹ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਲਾਗੂ ਨਹੀਂ ਗਾ। ਇਹ ਭਾਰਤ ਸਰਕਾਰ ਨੇ ਨੋਟੀਫਿਕੇਸ਼ਨ 'ਚ ਹੀ ਕਹਿਤਾ ਕਿ ਉੱਥੋਂ ਦੇ ਲੋਕ ਕਨਫਿਊਜ਼ ਨਾ ਹੋਣ। ਹੁਣ ਤੁਸੀਂ ਕਹੋਗੇ ਕਿ ਆਖਰ ਇਹ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਨੂੰ ਮੁਸਲਮਾਨਾਂ ਨਾਲ ਹੋਈ ਸਭ ਤੋਂ ਵੱਡੀ ਸਾਜ਼ਿਸ਼ ਕਿਉਂ ਦੱਸ ਰਹੇ ਆ ਕੁਝ ਕੁ ਲੋਕ? ਉਹਦੇ 'ਚ ਗੜਬੜ ਕੀ ਆ? ਗੜਬੜ ਸੁਣੋ ਹੁਣ ਧਿਆਨ ਨਾਲ ਕੀ ਆ। ਅਸਲ 'ਚ ਕੀ ਆ, ਭਾਰਤ ਨੇ 1951 'ਚ ਪਹਿਲੀ ਵਾਰ NRC ਕੀਤੀ ਸੀ, ਨੈਸ਼ਨਲ ਰਜਿਸਟਰ ਆਫ ਸਿਟੀਜ਼ਨਸ ਜਿਹੜਾ ਸੀਗਾ, ਉਹਨੂੰ ਸਭ ਤੋਂ ਪਹਿਲੀ ਵਾਰ ਲਾਗੂ ਕੀਤਾ ਸੀਗਾ। ਹੁਣ ਨੈਸ਼ਨਲ ਸਿਟੀਜ਼ਨ ਫॉर ਰਜਿਸਟਰ ਹੈ ਕੀ ਆ? ਦੇਖੋ, ਸਾਨੂੰ ਇੱਕ ਗੱਲ ਪਤਾ ਹੈ ਕਿ ਜਦੋਂ 1947 'ਚ ਦੇਸ਼ ਆਜ਼ਾਦ ਹੋਇਆ ਤੇ ਪਾਕਿਸਤਾਨ ਨੂੰ 2 ਹਿੱਸੇ ਮਿਲੇ ਸੀ, ਈਸਟ ਤੇ ਵੈਸਟ ਵਾਲੇ ਪਾਸੇ। ਈਸਟ ਪਾਕਿਸਤਾਨ ਜਿਹੜਾ ਅੱਜ ਬੰਗਲਾਦੇਸ਼ ਬਣ ਗਿਆ, ਵੈਸਟ ਪਾਕਿਸਤਾਨ ਜਿਹੜਾ ਅੱਜ ਪਾਕਿਸਤਾਨ ਆ, ਉਹ ਈਸਟ ਪਾਕਿਸਤਾਨ ਜਿਹਨੂੰ ਅਸੀਂ ਬੰਗਲਾਦੇਸ਼ ਕਹਿੰਦੇ ਆ, ਉਹਦੇ ਤੇ ਬੜੇ ਅਤਿਆਚਾਰ ਕਰਦਾ ਸੀ। ਉੱਥੋਂ ਲੋਕ ਉੱਜੜ ਕੇ ਇੰਡੀਆ ਵੱਲ ਆ ਰਹੇ ਸੀਗੇ। ਭਾਰਤ ਦੀ ਸਰਕਾਰ ਦੀ ਇਹ ਚਿੰਤਾ ਸੀ ਕਿ ਇੰਨੀ ਆਬਾਦੀ ਸਾਡੀ ਆਪਣੀ ਭੁੱਖੀ ਮਰਦੀ ਆ, ਤੁਹਾਨੂੰ ਪੈਸੇ ਕਿੱਥੋਂ ਖਵਾ ਦਾਂਗੇ ਆਪਾਂ, ਠੀਕ ਆ, ਤੁਹਾਡਾ ਅਸੀਂ ਕੀ ਇਲਾਜ ਕਰਾਂਗੇ। ਸੋ ਕੁੱਲ ਮਿਲਾ ਕੇ ਸਾਨੂੰ ਇੱਕ ਗੱਲ ਤਾਂ ਸਮਝ ਆ ਗਈ ਕਿ ਇਹਦੇ ਨਾਲ ਇੱਕ ਬੜੀ ਤਗੜੀ ਪ੍ਰੋਬਲਮ ਜਿਹੜੀ ਸੀ ਉਹ ਸਾਹਮਣੇ ਆ ਗਈ ਸਾਡੇ। ਹੁਣ ਇਸ ਪ੍ਰੋਬਲਮ ਨੂੰ ਹੱਲ ਕਰਨ ਦਾ ਤਰੀਕਾ ਕੀ ਸੀਗਾ ਸਾਡੇ ਕੋਲ? ਇਸ ਪ੍ਰੋਬਲਮ ਨੂੰ ਹੱਲ ਕਰਨ ਦਾ ਸਾਡੇ ਕੋਲ ਇੱਕੋ ਇੱਕ ਤਰੀਕਾ ਸੀਗਾ ਜੀ। ਉਹ ਤਰੀਕਾ ਇਹ ਸੀਗਾ ਕਿ ਅਸੀਂ ਉਹਨਾਂ ਲੋਕਾਂ ਨੂੰ ਰੋਕਣ ਵਾਸਤੇ ਇਹ ਕਹੀਏ ਪਾਕਿਸਤਾਨ ਨੂੰ ਕਿ ਤੁਸੀਂ ਭਾਈ ਬਾਰਡਰ ਤੇ ਫੈਂਸਿੰਗ ਕਰੋ। ਪਾਕਿਸਤਾਨ ਮੰਨਿਆ ਨਹੀਂ। ਅਸੀਂ ਪਾਕਿਸਤਾਨ ਨਾਲ ਇਸੇ ਕਰਕੇ ਲੜ ਕੇ ਕਿ ਤੁਹਾਡੇ ਕਰਕੇ ਸਾਡੀ ਆਬਾਦੀ ਵੱਧ ਰਹੀ ਹੈ ਤੇ ਸਾਡੇ ਲੋਕ ਤੰਗ ਨੇ। ਠੀਕ ਆ ਜੀ, ਅਸੀਂ ਪਾਕਿਸਤਾਨ ਨਾਲ ਲੜੇ ਤੇ ਬੰਗਲਾਦੇਸ਼ ਨੂੰ ਅੱਡ ਦੇਸ਼ ਹੀ ਬਣਵਾਤਾ, ਬੜੀ ਮਦਦ ਕੀਤੀ ਅਸੀਂ। ਉਸ ਤੋਂ ਬਾਅਦ ਵੀ ਲੋਕ ਜਿਹੜੇ ਸੀ ਉਹ ਆਉਣੋਂ ਨਹੀਂ ਰੁਕੇ। ਬੰਗਲਾਦੇਸ਼ ਵੀ ਕੋਈ ਬਹੁਤ ਜ਼ਿਆਦਾ ਖੁਸ਼ਹਾਲ ਦੇਸ਼ ਨਹੀਂ ਸੀ, ਇੰਡੀਆ ਦੇ ਮੁਕਾਬਲੇ ਉਹ ਫਿਰ ਵੀ ਉਦੋਂ ਪਰੇਸ਼ਾਨ ਸੀਗਾ। ਤੇ ਹੌਲੀ ਹੌਲੀ ਉਹ ਲੋਕ ਜਦੋਂ ਮਾਈਗ੍ਰੇਟ ਹੁੰਦੇ ਹੋਏ ਗਏ ਤੇ ਇੰਡੀਆ ਦੀਆਂ ਨਾਲ ਵਾਲੀਆਂ ਸਟੇਟਾਂ 'ਚ ਆਉਂਦੇ ਰਹੇ, ਤੇ ਸਭ ਤੋਂ ਵੱਧ ਮਾਹੌਲ ਖਰਾਬ ਕੀਤਾ ਉਹਨਾਂ ਨੇ ਅਸਾਮ ਦਾ। ਅਸਾਮ ਦੇ ਜੰਗਲੀ ਟਰਾਈਬਲਸ ਜਿਹੜੇ ਸੀਗੇ ਉਹ ਕਹਿੰਦੇ ਸਾਡਾ ਮਾਹੌਲ ਖਰਾਬ ਆ। 1979 'ਚ ਅਸਾਮ ਦੀ ਸਟੂਡੈਂਟ ਯੂਨੀਅਨ ਨੇ ਹਥਿਆਰ ਚੱਕ ਲਏ ਕਿ ਅਸੀਂ ਦੇਖ ਲੈਂਦੇ ਹਾਂ ਹੁਣ ਫਿਰ। ਤੇ 1985 'ਚ ਭਾਰਤ ਸਰਕਾਰ ਨੇ ਉਹਨਾਂ ਨਾਲ ਇੱਕ ਸਮਝੌਤਾ ਕੀਤਾ, ਅਸਾਮ ਸਮਝੌਤਾ, ਅਸਾਮ ਅਕੋਰਡ। ਰਾਜੀਵ ਗਾਂਧੀ ਨੇ ਆਲ ਅਸਮ ਗਣ ਸੰਗਰਾਮ ਪਰਿਸ਼ਦ ਦੇ ਨਾਲ ਸਮਝੌਤਾ ਕੀਤਾ ਕਿ ਭਾਈ ਅਸੀਂ ਇੱਦਾਂ ਕਰਦੇ ਹਾਂ, ਜਿਹੜੇ ਲੋਕ ਤਾਂ 1971 ਤੋਂ ਪਹਿਲਾਂ ਆ ਗਏ, 24 ਮਾਰਚ 1971 ਤੋਂ ਪਹਿਲਾਂ ਆ ਗਏ, ਉਹਨਾਂ ਨੂੰ ਤਾਂ ਮਾਫੀ ਆ, ਪਰ ਜਿਹੜੇ ਉਸ ਤੋਂ ਬਾਅਦ ਆਏ ਆ ਉਹ ਅਸੀਂ ਸਾਰੇ ਉਹਨਾਂ ਦੀ ਇੱਕ ਨਾ ਰਜਿਸਟਰ ਲਾਵਾਂਗੇ ਤੇ ਉਹ ਸਾਰੇ ਇੰਡੀਆ 'ਚੋਂ ਕੱਢ ਦਾਂਗੇ। ਉਸ ਰਜਿਸਟਰ ਨੂੰ ਕਿਹਾ ਜਾਊਗਾ NRC। ਇਹਦਾ ਮਤਲਬ 85 ਦੇ ਸਮਝੌਤੇ ਤੋਂ ਬਾਅਦ NRC ਹੋ ਜਾਣੀ ਚਾਹੀਦੀ ਸੀ, ਤੇ ਹੁਣ ਵੀ ਇਕੱਲੀ ਅਸਾਮ 'ਚ ਸੀਗੀ, ਸਮਝੌਤਾ ਹੀ ਅਸਾਮ ਨਾਲ ਹੋਇਆ ਸੀਗਾ। ਉਹ NRC ਫਿਰ ਚੱਲਦੀ ਰਹੀ ਜੀ। NRC ਉਹ ਹੁਣ ਤੱਕ ਨਹੀਂ ਨਿਬੜੀ, ਤੇ ਹੁਣ ਭਾਰਤ ਸਰਕਾਰ ਕਹਿ ਰਹੀ ਆ ਕਿ ਅਸੀਂ ਉਹ NRC ਪੂਰੇ ਦੇਸ਼ 'ਚ ਲੈ ਕੇ ਆਵਾਂਗੇ। ਹੁਣ NRC ਤੇ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਨੂੰ ਇਕੱਠੇ ਪੜ੍ਹ ਕੇ ਦੇਖੋ। ਹੁਣ ਤੁਸੀਂ ਇੱਕ ਸਿੰਪਲ ਜੀ ਗੱਲ ਆ ਕਿ NRC ਦੇ ਵਿੱਚ ਤੁਸੀਂ ਇਹ ਕਹੋ ਕਿ ਆਹ ਬੰਦੇ ਤਾਂ ਜੀ ਇੰਡੀਆ ਦੇ ਨਾਗਰਿਕ ਹੀ ਹੈ ਨਹੀਂ, ਠੀਕ ਆ। NRC 'ਚ ਮੰਗੋ ਸਬੂਤ, ਤੇ ਜ਼ਰੂਰੀ ਥੋੜਾ ਹੈ ਕਿ ਜਿਹੜੇ ਪਾਕਿਸਤਾਨ ਤੋਂ ਆਏ ਆ, ਸਾਡੇ ਦੇਸ਼ ਤਾਂ ਬਹੁਤੇ ਲੋਕਾਂ ਕੋਲ ਸਬੂਤ ਹੀ ਨਹੀਂ ਹੁੰਦੇ ਕਈ ਵਾਰੀ ਕਿ ਭਈ ਅਸੀਂ ਇੰਡੀਆ ਦੇ ਨਾਗਰਿਕ ਆ। ਤੇ ਜੇ ਉਹਨਾਂ 'ਚੋਂ ਹਿੰਦੂ ਲੋਕ ਨੇ, ਸਿੱਖ ਨੇ, ਜੈਨੀ ਨੇ, ਬੋਧੀ ਨੇ, ਉਹਨਾਂ ਨੂੰ ਕਹਿਤਾ ਚਲੋ ਤੁਹਾਡੇ ਕੋਲ ਸਬੂਤ ਨਹੀਂ ਹੈਗੇ, ਕੋਈ ਚੱਕਰ ਵਾਲੀ ਗੱਲ ਨਹੀਂ, ਪਰ ਤੁਹਾਨੂੰ ਇਹ ਸਬੂਤ ਸਾਬਤ ਕਰ ਦਿਓ ਕਿ ਤੁਸੀਂ ਪਿਛਲੇ 5 ਸਾਲ ਤੋਂ ਇੰਡੀਆ 'ਚ ਰਹਿ ਰਹੇ ਹੋ। ਕਰਤਾ ਜੀ ਸਾਬਤ, ਚੱਕੋ ਜੀ ਇੰਡੀਆ ਦੀ ਨਾਗਰਿਕਤਾ। ਮੁਸਲਮਾਨਾਂ ਵਾਸਤੇ ਇਹ ਚੀਜ਼ ਔਖੀ ਕਰ ਦੇਣਗੇ। ਸੋ ਕਹਿਣ ਦਾ ਮਤਲਬ ਇਹ ਆ ਕਿ ਅਸੀਂ ਇਹਨਾਂ ਨੂੰ ਸਰਕਾਰ ਤੇ ਸ਼ੱਕ ਨਹੀਂਗਾ, ਬਸ ਸਰਕਾਰ ਆਪਣੀ ਮਨਸ਼ਾ ਸਪਸ਼ਟ ਕਰ ਦੇ ਕਿ ਜਿਹੜੇ ਮੁਸਲਮਾਨ, ਹਿੰਦੂ, ਸਿੱਖ ਇੰਡੀਆ 'ਚ ਆਪਣੀ ਨਾਗਰਿਕਤਾ ਪ੍ਰੂਵ ਨਾ ਕਰ ਸਕੇ, ਉਹਨਾਂ ਦੇ ਵਿੱਚ ਧਰਮਾਂ ਦੇ ਆਧਾਰ ਤੇ ਭੇਦਭਾਵ ਤਾਂ ਨਹੀਂ ਕਰੋਗੇ ਤੁਸੀਂ, ਜਿਵੇਂ ਦਾ ਭੇਦਭਾਵ ਤੁਹਾਡੇ ਐਕਟ 'ਚ ਦੇਖਣ ਨੂੰ ਮਿਲਿਆ ਹੈ। ਤੇ ਸਾਨੂੰ ਉਮੀਦ ਆ ਸਾਡੀ ਮੋਦੀ ਸਰਕਾਰ ਕੋਲ ਕਿ ਉਹ ਐਵੇਂ ਬਿਲਕੁਲ ਨਹੀਂ ਕਰੂਗੀ। ਸਰਕਾਰ ਬਹੁਤ ਕੋਆਪਰੇਟ ਕਰ ਰਹੀ ਆ, ਲੋਕ ਵੀ ਸਰਕਾਰ ਨਾਲ ਇਸ ਕਰੋਨਾ ਦੇ ਦੌਰ 'ਚ ਕੋਆਪਰੇਟ ਕਰ ਰਹੇ ਆ, ਤੇ ਉਮੀਦ ਕਰਦੇ ਆ ਕਿ ਅਸੀਂ ਸਾਰੇ ਮਿਲ ਕੇ ਇਸ ਸਮੱਸਿਆ ਨਾਲ ਨਜਿੱਠ ਲਾਂਗੇ। ਅੱਜ ਲਈ ਇੰਨਾ ਹੀ ਬਹੁਤ ਜੀ, ਧੰਨਵਾਦ।